साहिब जी। ज्यों बुलावै त्यों बोलै स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। दीन दर्द दुख भंजना, घट घट नाथ अनाथ। शरण तुम्हारी आयो, नानक के प्रभ साथ। सुखाओ टल गुर सेविय, अहनिस सहज सुभाव। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। सतनाम श्री वाहिगुरु साहिब जीओ। राम कली घर दूजा, बाणी कबीर जी की एक ओंकार सतगुर प्रसाद। बंदच बंधन पाया, मुक्ति गुर अनल बुझाया। जब नख सिख हो मन चीना, तब अंतर मजन कीना। पवन पत मन रहन खरा, नहीं मृत ना जन्म जरा। बंदच बंधन पाया। वाहिगुरु जी का खालसा, वाहिगुरु जी की फतेह। चवर तख्त संघासन दे मालक सतगुरु गुरु ग्रंथ साहिब महाराज साहब जियां दी पवित्र पावन हजूरी का आनंद माण रही गुरु की संगत। सतगुरु अमृत वेले तो दात बख्शिश करदियां होया, गुरबाणी दे नितनेम गुरबाणी दे कीर्तन दे नाल महाराज साहब जी ने सानू निवाजिया है। इस वेले साहिब कबीर साहब जियां दी बाणी दी विचार आपां सरवण करदे हां। आओ मन दे ध्यान नूं टकाईए, भावना दे नाल अमृत बचन सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। राम कली घर दूजा, बाणी कबीर जी की। राम कली राग दे अंदर कबीर साहब जियां दी ये बाणी ये शब्द प्राप्त हो रहा है। दूजे घर दे अंदर गाउण दा हुक्म बख्शिश होया है। सो भगतां दे विचों श्रोमणी भगत कबीर साहब जी इस बाणी नूं बख्श रहे ने। रामकली राग दे अंदर भगत कबीर जियां दे 9 शब्द आपां हुण तक सरवण कर चुके हाँ।
ਇਹ ਅੱਜ 10ਵਾਂ ਸ਼ਬਦ ਜੋ ਹੈ ਉਹ ਕਬੀਰ ਸਾਹਿਬ ਜੀ ਦਾ ਆਪਾਂ ਸਰਵਨ ਕਰਾਂਗੇ। ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਪਰਮਾਤਮਾ ਹੈ, ਪਰਮਾਤਮਾ ਦੇ ਨਾਮ ਤੇ ਕਈ ਨੇ, ਪਰ ਕਈ ਨਾਮਾਂ ਦੇ ਵਿੱਚੋਂ ਇੱਕ ਸ਼੍ਰੋਮਣੀ ਨਾਮ ਹੈ ਓੰਕਾਰ। ਕਹਿਣ ਲੱਗੇ ਓੰਕਾਰ ਜਿਸ ਦਾ ਨਾਮ ਹੈ ਉਹ ਪਰਮਾਤਮਾ ਇੱਕ ਹੈ। ਜੇ ਉਸ ਇੱਕ ਪਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਸਤਿਗੁਰ ਪ੍ਰਸਾਦ, ਫਿਰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ, ਤਾਂ ਉਹ ਪਰਮਾਤਮਾ ਪ੍ਰਾਪਤ ਹੋਵੇਗਾ। ਫਰਮਾਉਂਦੇ ਹਨ ਬੰਧ ਚ ਬੰਧਨ ਪਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਜੋ ਸ਼ਬਦ ਹੈ, ਇੱਕ ਜੋਗੀ ਨੇ ਆ ਕੇ ਕਬੀਰ ਸਾਹਿਬ ਜੀ ਨੂੰ ਪੁੱਛਿਆ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ। ਇੱਕ ਜੋਗੀ ਆ ਗਿਆ, ਉਹਨੇ ਸਵਾਲ ਇਹ ਕੀਤਾ, ਕਬੀਰ ਸਾਹਿਬ ਜੀ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸੋ ਕਿਹੜਾ ਹੈ। ਕਬੀਰ ਸਾਹਿਬ ਜੀ ਇਹ ਬਚਨ ਸੁਣ ਕੇ ਕਹਿਣ ਲੱਗੇ ਜੋਗੀ ਦੋ ਰਸਤੇ ਨੇ, ਇੱਕ ਹੈ ਹਠ ਯੋਗ, ਦੂਜਾ ਹੈ ਭਗਤੀ ਯੋਗ। ਤੂੰ ਦੱਸ ਦੋਵਾਂ ਵਿੱਚੋਂ ਕਿਹੜਾ ਸੁਣਨਾ ਚਾਹੁੰਦਾ। ਦੋਨੇ ਹੀ ਰਸਤੇ ਪਰਮਾਤਮਾ ਨਾਲ ਮਿਲਾ ਦੇਣਗੇ। ਜੋਗੀ ਨੇ ਬਚਨ ਸੁਣਿਆ, ਕਹਿਣ ਲੱਗਾ ਕਬੀਰ ਜੀ ਦੋਨੇ ਹੀ ਦੱਸ ਦਿਓ ਕਿਰਪਾ ਕਰਕੇ। ਉਸ ਵੇਲੇ ਕਬੀਰ ਸਾਹਿਬ ਜੀ ਉਹਦਾ ਬਚਨ ਸੁਣ ਕੇ ਤੇ ਇਸ ਦੇ ਵਿੱਚੋਂ ਜਿਹੜਾ ਹਠ ਯੋਗ ਹੈ ਪਹਿਲਾਂ ਉਹ ਦੱਸਦੇ ਪਏ, ਫਿਰ ਭਗਤੀ ਯੋਗ ਬਖਸ਼ਿਸ਼ ਕਰਨਗੇ। ਫਰਮਾਉਂਦੇ ਹਨ ਬੰਧ ਚ ਬੰਧਨ ਪਾਇਆ। ਸੋ ਮੁਕਤੈ ਗੁਰ ਅਨਲ ਬੁਝਾਇਆ। ਮੁਕਤੈ ਗੁਰ, ਜਿਹੜਾ ਗੁਰੂ ਆਪ ਮੁਕਤ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਖੱਟ ਚੱਕਰ ਨੇ ਉਹਨਾਂ ਦੇ ਖੁੱਲ੍ਹ ਜਾਣ ਦੇ ਨਾਲ ਉਹਨਾਂ ਤੋਂ ਮੁਕਤ ਹੋ ਜਾਈਏ, ਉਹ ਪੂਰਾ ਗੁਰੂ ਮੰਨਿਆ ਹੈ। ਤੇ ਪਾਤਸ਼ਾਹ ਕਹਿਣ ਲੱਗੇ ਮੁਕਤੈ ਗੁਰ, ਜਿਨ੍ਹਾਂ ਗੁਰਾਂ ਨੇ ਆਪਣੇ ਖੱਟ ਚੱਕਰ ਮੁਕਤ ਕਰ ਲੈ, ਭਾਵ ਕੇ ਖੋਲ੍ਹ ਲਏ ਨੇ ਜਿਸ ਗੁਰੂ ਨੇ, ਜੇ ਐਸੇ ਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਫਿਰ ਬਚਨ ਆ ਜਾਂਦਾ ਬਖਤੈ ਬਕ ਸ਼ਬਦ ਸੁਨਾਇਆ। ਐਸੇ ਗੁਰੂ ਪਾਤਸ਼ਾਹ ਆਪਣੇ ਕੋਲੋਂ ਫਿਰ ਉਪਦੇਸ਼ ਸੁਣਾਉਣ ਕਿਰਪਾ ਕਰਕੇ। ਜਿਸ ਗੁਰੂ ਦੇ ਆਪਣੇ ਸ਼ੇਰ ਚੱਕਰ ਖੁੱਲ੍ਹੇ ਹੋਏ ਨੇ, ਜੇ ਉਹ ਗੁਰੂ ਕਿਰਪਾ ਕਰ ਦੇਵੇ। ਵਿਦਵਾਨਾਂ ਨੇ 6 ਚੱਕਰ ਇਸ ਤਰ੍ਹਾਂ ਲਿਖਿਆ ਹੈ। ਇੱਕ ਹੈ ਮੂਲਾਧਾਰ ਚੱਕਰ, ਜਿਸ ਨੂੰ ਗੁਦਾ ਵਿੱਚ ਮੰਨਿਆ ਹੈ। ਦੂਜਾ ਹੈ ਸਵੈ ਅਸ਼ਠਾਨ ਚੱਕਰ, ਜਿਸ ਨੂੰ ਇਸ ਤਰ੍ਹਾਂ ਲਿੰਗ ਵਿੱਚ ਮੰਨਿਆ ਹੈ। ਤੀਸਰਾ ਮੰਨਿਆ ਜਾਂਦਾ ਹੈ ਮਣੀਪੂਰਵਕ ਚੱਕਰ, ਜਿਹੜਾ ਨਾਭੀ ਵਿੱਚ ਹੈ। ਤੇ ਚੌਥਾ ਚੱਕਰ ਜਿਹੜਾ ਅਨਾਹਤ ਚੱਕਰ, ਜਿਸ ਨੂੰ ਕਿਹਾ ਜਾਂਦਾ ਹਿਰਦੇ ਦੇ ਵਿੱਚ ਹੈ। ਤੇ ਪੰਜਵਾਂ ਚੱਕਰ ਹੈ ਵਿਸ਼ੁੱਧ ਚੱਕਰ, ਜਿਸ ਨੂੰ ਕੰਠ ਵਿੱਚ ਮੰਨਿਆ ਹੈ। ਤੇ ਜਿਹੜਾ ਛੇਵਾਂ ਚੱਕਰ ਹੈ ਉਸ ਨੂੰ ਆਗਿਆ ਚੱਕਰ ਆਖਿਆ ਜਾਂਦਾ, ਦੋਨਾਂ ਭਰਵੱਟਿਆਂ ਦੇ ਵਿਚਕਾਰ ਇਸ ਨੂੰ ਮੰਨਿਆ ਹੈ। ਇਹ 6 ਚੱਕਰ ਨੇ। ਜੋਗੀ ਲੋਕ ਇਹਨਾਂ 6 ਚੱਕਰਾਂ ਨੂੰ ਵਿੰਨ ਕੇ ਫਿਰ ਆਪਣੇ ਸਵਾਸ 10ਵੇਂ ਦੁਆਰ ਤੱਕ ਲੈ ਕੇ ਜਾਂਦੇ। ਸੋ ਇੱਥੇ ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਜਿਸ ਨੇ ਇਹ 6 ਚੱਕਰ ਵਿੰਨੇ ਨੇ, ਭਾਵ ਕੇ ਖੋਲ੍ਹੇ ਨੇ, ਜੇ ਐਸਾ ਗੁਰੂ ਮਿਲ ਜਾਵੇ ਬਖਤੈ ਬਕ ਸ਼ਬਦ ਸੁਨਾਇਆ। ਸੋ ਬਖਤੈ ਤੋਂ ਭਾਵ ਹੈ ਕਹਿਣ ਵਾਲਾ ਜੋ ਗੁਰੂ ਹੈ, ਜੇ ਉਹ ਸ਼ਬਦ ਸੁਣਾ ਦੇਵੇ, ਉਪਦੇਸ਼ ਬਖਸ਼ਿਸ਼ ਕਰ ਦੇਵੇ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਫਿਰ ਐਸੇ ਗੁਰੂ ਦੇ ਕੋਲੋਂ ਉਪਦੇਸ਼ ਸੁਣ ਕੇ ਤੇ ਅਨਲ ਬੁਝਾਇਆ, ਪ੍ਰਾਣਾਂ ਦਾ ਝਾੜਨਾ। ਅਨਲ ਬੁਝਾਇਆ, ਜਿਹੜੇ ਪ੍ਰਾਣ ਨੇ ਉਹਨਾਂ ਦਾ ਚਾੜਨਾ ਗੁਰੂ ਨੇ ਜਦੋਂ ਸਮਝਾਇਆ ਹੈ। ਤੇ ਫਿਰ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਜਦੋਂ ਫਿਰ ਗੁਰੂ ਐਸੀ ਕਿਰਪਾ ਕਰਦਾ ਹੈ ਤੇ ਫਿਰ ਉਸ ਵੇਲੇ ਕਿਰਪਾ ਹੁੰਦੀ ਹੈ। ਸੁਣਤੇ ਸੁਣ ਮਨ ਬਸਾਇਆ। ਤੇ ਸੁਣਤਾ ਜਿਹੜਾ ਫਿਰ ਜਗਿਆਸੂ ਹੈ ਨਾ, ਉਹ ਫਿਰ ਸੁਣ ਕੇ ਗੁਰੂ ਦੇ ਸ਼ਬਦ ਨੂੰ ਤੇ ਮਨ ਵਸਾਇਆ, ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਕਰ ਕਰਤਾ ਉਤਰਸ ਪਾਰੰ। ਜਦੋਂ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਤੇ ਫਿਰ ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਬੰਧ 'ਚ ਬੰਧਨ ਪਾਇਆ। ਫਿਰ ਉਹ ਜਿਹੜਾ ਗੁਰਮੁਖ ਹੈ ਇਹ ਉਪਦੇਸ਼ ਸੁਣ ਕੇ 10ਵੇਂ ਦੁਆਰ ਦੇ ਵਿੱਚ ਬੰਧ 'ਚ ਕਹੀਏ ਪ੍ਰਾਣਾਂ ਨੂੰ ਤੇ ਬੰਧ ਲੈਂਦਾ ਹੈ, ਭਾਵ ਕਿ ਰੋਕ ਲੈਂਦਾ ਹੈ। ਬੰਧ 'ਚ ਜਿਹੜੇ 10ਵੇਂ ਦੁਆਰ ਦੇ ਵਿੱਚ ਪ੍ਰਾਣ ਨੇ ਬੰਧਨ, ਉਹਨਾਂ ਨੂੰ ਰੋਕ ਲੈਂਦਾ ਹੈ। ਇਹ ਪੂਰੇ ਗੁਰੂ ਦੇ ਕੋਲੋਂ ਦਾਤ ਪ੍ਰਾਪਤ ਹੁੰਦੀ ਹੈ। ਮੁਕਤੇ ਗੁਰ
ਅਨਲ ਬੁਝਾਇਆ। ਕਿਉਂਕਿ ਗੁਰੂ ਪਾਤਸ਼ਾਹ ਆਪ ਮੁਕਤ ਨੇ, ਉਹਨਾਂ ਦੇ 6 ਚੱਕਰ ਖੁੱਲੇ ਹੋਏ ਨੇ। ਅਨਲ ਬੁਝਾਇਆ, ਫਿਰ ਐਸੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਜੋ ਅਨਲ ਪਰਮਾਤਮਾ ਹੈ, ਉਹਦੀ ਸੋਝੀ ਬਖਸ਼ਿਸ਼ ਕਰ ਦਿੰਦੇ ਹਨ। ਜਬ ਨਖ ਸਿੱਖ ਇਹੋ ਮਨ ਚੀਨਾ। ਜਿਸ ਵੇਲੇ ਨਖ ਤੋਂ ਭਾਵ ਹੈ ਗੁਰਮੁਖੋ ਈੜਾ ਸੁਰ ਦੁਆਰਾ ਪ੍ਰਾਣਾਂ ਨੂੰ ਚਾੜਨਾ ਹੈ, ਤੇ ਸਿੱਖ ਕਿਹਾ ਜਾਂਦਾ ਹੈ ਪਿੰਗਲਾ ਸੁਰ ਦੁਆਰੇ ਜਿਹੜੇ ਸਵਾਸ ਨੇ, ਪ੍ਰਾਣ ਨੇ, ਉਹਨਾਂ ਨੂੰ ਉਤਾਰਨਾ ਹੈ। ਅਤੇ ਮਨ ਤੋਂ ਭਾਵ ਹੈ ਜਿਹੜੀ ਸੁਖਮਨਾ ਨਾੜੀ ਹੈ, ਉਹਦੇ ਦੁਆਰਾ ਪ੍ਰਾਣਾਂ ਦਾ ਠਹਿਰਾਉਣਾ ਹੈ। ਜਦੋਂ ਇਹ ਸਾਰਾ ਤਰੀਕਾ ਕਹੀਏ ਚੀਨਾ ਜਾਣਨਾ ਕੀਤਾ, ਗੁਰੂ ਨੇ ਕਿਰਪਾ ਕਰ ਦਿੱਤੀ। ਪ੍ਰਾਣ ਚੜਾਉਣੇ ਕਿਵੇਂ, 10ਵੇਂ ਦਵਾਰ ਦੇ ਵਿੱਚ ਰੁਕਣੇ ਕਿਵੇਂ ਤੇ ਉਤਾਰਨੇ ਕਿਵੇਂ ਨੇ, ਜਦੋਂ ਇਹ ਕਿਰਪਾ ਹੁੰਦੀ ਹੈ ਉਸ ਵੇਲੇ ਬਖਸ਼ਿਸ਼ ਕਰਦੇ ਹਨ। ਤਬ ਅੰਤਰ ਮਜਨ ਕੀਨਾ। ਤੇ ਫਿਰ ਉਸ ਵੇਲੇ 10ਵੇਂ ਦਵਾਰ ਦੇ ਵਿੱਚ ਜੋਗਾਨੰਦ ਰੂਪੀ ਅੰਮ੍ਰਿਤ ਵਿੱਚ ਉਹ ਜੋਗੀ ਇਸ਼ਨਾਨ ਕਰਦਾ ਹੈ। ਹੱਠ ਯੋਗ ਦੀ ਜਿਹੜੀ ਵਿਧੀ ਹੈ ਨਾ, ਜੋਗੀਆਂ ਦੀ ਹੈ, ਇਸ ਕਰਕੇ ਜੋਗੀਆਂ ਨੂੰ ਮੁੱਖ ਰੱਖ ਕੇ ਉਪਦੇਸ਼ ਹੈ ਕਿ 10ਵੇਂ ਦਵਾਰ ਦੇ ਵਿੱਚ ਪਹੁੰਚ ਕੇ ਫਿਰ ਉਹ ਜਿਹੜੇ ਗੁਰਮੁਖ ਨੇ ਜੋਗਾਨੰਦ ਦੇ ਵਿੱਚ ਮੱਜਨ ਕਹੀਏ ਇਸ਼ਨਾਨ ਕਰਦੇ ਹਨ। ਪਵਨ ਪਤ ਉਨਮਨ ਰਹਿਣ ਖਰਾ। ਉਨਮਨ ਪਤ ਜਿਹੜਾ ਤੁਰਿਆ ਪਦ ਹੈ, ਉਸ ਦਾ ਜਿਹੜਾ ਪਤੀ ਹੈ ਨਾ ਸੁਆਮੀ ਅਕਾਲ ਪੁਰਖ, ਉਹ ਖਰਾ ਕਹੀਏ ਭਾਵ ਚੰਗਾ ਹੈ, ਉਸ ਦਾ ਚੰਗਾ ਸਥਾਨ ਹੈ 10ਵਾਂ ਦਵਾਰ। ਕਹਿਣ ਲੱਗੇ ਭਾਈ ਪਵਨ ਪਤ, ਜਿਸ ਨੇ ਆਪਣੇ ਪਵਨ ਕਹੀਏ ਪ੍ਰਾਨ 10ਵੇਂ ਦਵਾਰ ਦੇ ਵਿੱਚ ਸਥਿਤ ਕਰ ਲੈ, ਟਿਕਾ ਲੈ ਹਨ, ਉਹ ਜਿਹੜਾ ਗੁਰਮੁਖ ਹੈ ਭਾਈ, ਉਹ ਬੜਾ ਭਾਰੀ ਚੰਗਾ ਹੈ, ਜਿਸ ਨੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸਵਾਸਾਂ ਨੂੰ ਰੋਕ ਲਿਆ ਹੈ। ਨਹੀਂ ਮਿਰਤ ਨਾ ਜਨਮ ਜਰਾ। ਤੇ ਫਿਰ ਉਹ ਵਿਅਕਤੀ ਨਾ ਮਰਦਾ ਹੈ, ਨਾ ਜੰਮਦਾ ਹੈ, ਨਾ ਜਰਾ ਕਹੀਏ ਬੁਢੇਪਾ ਆਉਂਦਾ ਹੈ। ਜਿਸ ਨੇ ਇਸ ਤਰ੍ਹਾਂ ਦੀ ਪ੍ਰਾਪਤੀ ਕਰ ਲਈ ਹੈ, ਉਹ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ। ਉਲਟੀਲੇ ਸਖਤ ਸਹਾਰੰ। ਸਤਿਗੁਰੂ ਕਹਿਣ ਲੱਗੇ ਉਲਟੀਲੇ ਸਖਤ ਸਹਾਰੰਗ, ਹੱਠ ਯੋਗ ਦੀ ਸ਼ਕਤੀ ਲੈ ਕੇ ਜਿਸ ਨੇ ਉਲਟ ਜਾਰੀ ਅਪਾਨ ਵਾਯੂ ਨੂੰ ਸਹਾਰ ਲਿਆ ਹੈ, ਭਾਵ ਕੇ ਰੋਕ ਲਿਆ ਹੈ, ਜਿਹਦੇ ਉੱਪਰ ਇਹ ਕਿਰਪਾ ਹੋਈ ਹੈ। ਐਸੀਲੇ ਗਗਨ ਮਝਾਰੰ। ਤੇ ਉਹਨਾਂ ਗੁਰਮੁਖਾਂ ਨੇ ਗਗਨ ਮਝਾਰੰਗ 10ਵੇਂ ਦਵਾਰ ਦੇ ਵਿੱਚ ਪ੍ਰਵੇਸ਼ ਕਰ ਲਿਆ ਹੈ। ਅਪਾਨ ਵਾਯੂ ਨੂੰ ਰੋਕ ਕੇ ਜਿਨ੍ਹਾਂ ਗੁਰਮੁਖਾਂ ਨੇ ਹੱਠ ਜੋ ਕੀਤਾ ਹੈ, ਉਹ 10ਵੇਂ ਦਵਾਰ ਦੀ ਪ੍ਰਾਪਤੀ ਕਰ ਲੈਂਦੇ ਹਨ। ਬੇਦੀਲੇ ਚੱਕਰ ਭਿਅੰਗਾ। ਇਹ ਜਿਹੜੇ ਫਿਰ ਬੇਦੀਲੇ ਵਿਣ ਦਿੱਤੇ ਨੇ, ਉਹਨਾਂ ਨੇ ਭੁਵੰਗਵਾ ਨਾਮ ਦੀ ਇੱਕ ਨਾੜੀ ਹੈ। ਜੋਗੀ ਲੋਕ ਇਸ ਨਾੜੀ ਨੂੰ ਸਾਧਦੇ ਨੇ, ਜਿਵੇਂ ਪੰਚ ਜਨਾ ਸਿਓ ਸੰਗ ਨਾ ਛੁੱਟ ਕੇ ਅਨਕ ਅਹੰ ਬੁੱਧ ਬਾਧੇ, ਮਹਾਰਾਜ ਜੀ ਦੀ ਬਾਣੀ ਦਾ ਇਹ ਸ਼ਬਦ ਆਉਂਦਾ ਹੈ ਨਾ, ਉੱਥੇ ਵੀ ਇਹ ਭੁਵੰਗਵਾ ਨਾੜੀ ਦਾ ਮਹਾਰਾਜ ਜੀ ਨੇ ਕਥਨ ਕੀਤਾ ਹੈ। ਸੋ ਮਹਾਰਾਜ ਕਹਿਣ ਲੱਗੇ ਬੇਦੀ ਵਾਲੇ ਚੱਕਰ ਭੁਵੰਗਾ, ਇਹ ਜਿਹੜੀ ਭੁਵੰਗਵਾ ਨਾੜੀ ਹੈ, ਇਹਦੇ ਰਾਹੀਂ ਜਿਹੜੇ ਖੱਟ 6 ਚੱਕਰ ਜਿਨ੍ਹਾਂ ਨੂੰ ਆਪਾਂ ਹੁਣੇ ਸਰਵਣ ਕੀਤਾ ਹੈ, ਜੋਗੀ ਲੋਕ ਇਸ ਨੂੰ ਵਿੰਨ ਲੈਂਦੇ ਨੇ, ਇਸ ਦੀ ਪ੍ਰਾਪਤੀ ਕਰ ਲੈਂਦੇ, ਇਸ ਤੋਂ ਪਾਰ ਹੋ ਜਾਂਦੇ ਹਨ। ਬੇਟੀ ਵਾਲੇ ਰਾਏ ਨਿਸੰਗਾ। ਉਹਨਾਂ ਗੁਰਮੁਖਾਂ ਨੂੰ ਉਹ ਜਿਹੜਾ ਰਾਏ ਪਰਮਾਤਮਾ ਹੈ, ਰਾਜਾ ਰੂਪ, ਉਹ ਨਿਸੰਗਾ ਕਹੀਏ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਰਾਏ ਕਹੀਏ ਪ੍ਰਕਾਸ਼ ਸਰੂਪ ਹੈ ਪਰਮਾਤਮਾ, ਭੇਟੀ ਵਾਲੇ ਕਹੀਏ ਮਿਲਿਆ ਹੈ, ਉਹਨਾਂ ਗੁਰਮੁਖਾਂ ਨੂੰ ਆ ਕੇ ਜਿਨ੍ਹਾਂ ਨੇ 6 ਚੱਕਰ ਜਿਹੜੇ ਵਿੰਨ ਲੈਣਾ ਕੀਤੇ ਹਨ। ਮੋਹ ਮੈਂ ਆਸਾ। ਉਹਨਾਂ ਗੁਰਮੁਖਾਂ ਦੀ ਮਿਲਣ ਦਾ ਜਿਹੜਾ ਮੋਹ ਹੈ ਅਤੇ ਸੰਸਾਰ ਦੇ ਪਦਾਰਥਾਂ ਦੀ ਜਿਹੜੀ ਮਾਇਆ ਹੈ, ਇਹ ਉਹਨਾਂ ਦੀ ਚੂਕੀ ਵਾਲੇ ਕਹੀਏ ਖਤਮ ਹੋ ਜਾਂਦੀ ਹੈ। ਜਿਵੇਂ ਆਪਾਂ ਸੰਸਾਰੀ ਲੋਕ ਸੰਸਾਰ ਦੇ ਪਦਾਰਥਾਂ ਦੇ ਮੋਹ ਵਿੱਚ ਪਏ ਹੋਏ ਆ, ਸੋ ਗੁਰਮੁਖਾਂ ਦੀ ਇਹ ਮੋਹ ਜਿਹੜੇ ਨੇ ਖਤਮ ਹੋ ਜਾਂਦੇ। ਇਸੇ ਤਰ੍ਹਾਂ ਜਿਹੜੀ ਆਸਾ ਹੈ ਉਹ ਵੀ ਉਹਨਾਂ ਦੀ ਮੁੱਕ ਜਾਂਦੀ ਹੈ। ਤ੍ਰਿਸ਼ਨਾ ਰੂਪੀ ਆਸਾ, ਅੱਜ ਇਹ ਮਿਲਿਆ ਕੱਲ ਇਹ ਮਿਲੇਗਾ, ਇਹ ਤ੍ਰਿਸ਼ਨਾ ਰੂਪੀ ਆਸਾ ਵੀ ਉਹਨਾਂ ਦੀ ਖਤਮ ਹੋ ਜਾਂਦੀ ਹੈ। ਸਸ ਕੀਨੋ ਸੂਰ ਗਰਾਸਾ। ਤੇ ਸਸ ਤੋਂ ਭਾਵ ਹੈ ਚੰਦਰਮਾ, ਚੰਦਰਮਾ ਦੀ ਸੀਤਲਤਾਈ ਜਿਹੜੀ ਹੈ, ਸੋ ਕਹਿਣ ਲੱਗੇ ਉਹ ਸੁਰ ਹੈ ਈੜਾ ਸੁਰ, ਉਹਦੇ ਦੁਆਰਾ ਸੂਰ। ਸੋ ਇਸੇ ਤਰ੍ਹਾਂ ਗਿਰਾਸਾ, ਸੂਰਜ ਦੀ ਜਿਹੜੀ ਸੁਰ ਹੈ ਉਸ ਨੂੰ ਪਿੰਗਲਾ ਕਿਹਾ ਜਾਂਦਾ ਹੈ। ਇਸ ਤਰੀਕੇ ਦੇ ਨਾਲ ਉਹਨਾਂ ਨੇ ਗਰਸ ਲਿਆ ਹੈ, ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ। ਜਦ ਕੁੰਭਕ ਭਰ ਪੁਰਲੀਣਾ। ਕੁੰਭਕ ਤੋਂ ਭਾਵ ਹੈ ਗੁਰਮੁਖੋ ਜਿਹੜੀ ਸੁਖਮਨਾ ਨਾੜੀ ਹੈ,
ਜਦੋਂ ਸੁਖਮਨਾ ਨਾੜੀ ਦੇ ਦੁਆਰਾ ਉਹਨਾਂ ਗੁਰਮੁਖਾਂ ਨੇ ਸੋ ਦਸਵਾਂ ਦਵਾਰ ਦੇ ਵਿੱਚ ਪ੍ਰਾਣਾਂ ਨੂੰ ਚੜਾ ਕੇ ਭਰਪੂਰ ਲੀਨਾ ਜਦੋਂ ਟਿਕਾਇਆ ਹੈ ਤੈ ਬਾਜੇ ਅਨਹਦ ਬੀਣਾ। ਤੇ ਫਿਰ ਇੱਕ ਰਸ ਅਨਹਦ ਬਾਜੇ ਜਿਹੜੇ ਨੇ ਵੱਜਦੇ ਸੁਣਾਈ ਦਿੰਦੇ ਹਨ। ਬਖਤੈ ਭਗਤ ਸ਼ਬਦ ਸੁਣਾਇਆ। ਇਸ ਤਰ੍ਹਾਂ ਬਖਤ ਹੈ ਜਿਹੜੇ ਕਹਿਣ ਵਾਲੇ ਗੁਰੂ ਪਾਤਸ਼ਾਹ ਨੇ ਜਦੋਂ ਉਹਨਾਂ ਨੇ ਸ਼ਬਦ ਸੁਣਾਇਆ ਉਪਦੇਸ਼ ਦਿੱਤਾ ਹੈ। ਸੁਣਤੈ ਸੁਨ ਮਨ ਬਸਾਇਆ। ਤੇ ਜਿਹੜਾ ਸੁਣਨ ਵਾਲਾ ਜਗਿਆਸੂ ਹੈ ਸੁਣ ਕੇ ਉਸਨੇ ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾ ਲਿਆ ਹੈ। ਕਰ ਕਰਤਾ ਉਤਰਸ ਪਾਰੰ। ਫਿਰ ਇਸ ਤਰ੍ਹਾਂ ਹਠ ਯੋਗ ਦੀ ਜਿਹੜੀ ਵਿਧੀ ਹੈ ਮਰਿਆਦਾ ਹੈ ਉਹਦੇ ਦੁਆਰਾ ਉਹ ਜਾਣ ਲੈਂਦੇ ਹਨ ਕਿ ਸੰਸਾਰ ਤੋਂ ਪਾਰ ਉਤਾਰਨ ਕਰਨ ਵਾਲਾ ਇੱਕ ਪ੍ਰਮਾਤਮਾ ਹੈ। ਇਸ ਤਰ੍ਹਾਂ ਫਿਰ ਉਹ ਜਿਹੜੇ ਗੁਰਮੁਖ ਨੇ ਹਠ ਯੋਗ ਦੇ ਨਾਲ ਉਤਰਸ ਪਾਰੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਕਹੈ ਕਬੀਰਾ ਸਾਰੰਗ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਇਹ ਸਾਰੰਗ ਸ੍ਰੇਸ਼ਟ ਰਸਤਾ ਜਿਹੜਾ ਹੈ ਉਹ ਤੁਹਾਨੂੰ ਦੱਸਿਆ ਹੈ। ਇਹ ਹਠ ਯੋਗ ਦਾ ਮਾਰਗ ਹੈ। ਜੋਗੀ ਹਠ ਯੋਗ ਨੂੰ ਕਰਕੇ ਇਸ ਤਰ੍ਹਾਂ ਪ੍ਰਾਪਤੀ ਕਰਦੇ। ਹੁਣ ਇਸੇ ਸ਼ਬਦ ਦੇ ਵਿੱਚੋਂ ਸਾਨੂੰ ਸੋ ਭਗਤੀ ਯੋਗ ਦਾ ਜਿਹੜਾ ਰਸਤਾ ਹੈ ਉਹ ਦੱਸਦੇ ਪਏ। ਜਿਵੇਂ ਬਚਨ ਪੜਿਆ ਬਖਤ ਹੈ ਸੋ ਇਹ ਸ਼ਬਦ ਇਸ ਪੰਕਤੀ ਨੂੰ ਬਖਸ਼ਿਸ਼ ਕਰਦੇ ਹਨ। ਬਖਤੇ ਬਕ ਸ਼ਬਦ ਸੁਣਾਇਆ। ਬਖਤਾ ਕੌਣ ਹੈ? ਕਹਿਣ ਵਾਲਾ ਕੌਣ ਹੈ? ਗੁਰੂ ਹੈ। ਜਿਸ ਵੇਲੇ ਗੁਰੂ ਪਾਤਸ਼ਾਹ ਦੇ ਕੋਲ ਆਏ ਸ਼ਬਦ ਸੁਣਾਇਆ ਗੁਰੂ ਨੇ ਉਪਦੇਸ਼ ਸੁਣਾਇਆ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਇਹ ਉਪਦੇਸ਼ ਸੁਣਾਇਆ ਗੁਰੂ ਨੇ ਵੀ ਸਿੱਖ ਆਇਆ ਹੈ। ਸਿੱਖ ਨੂੰ ਉਪਦੇਸ਼ ਇਹ ਸੁਣਾਇਆ ਵੀ ਗੁਰਬਾਣੀ ਗਾ ਨਾਮ ਜਪਿਆ ਕਰ ਸਾਥ ਸਾਥ ਸਿਮਰੋ ਗੋਬਿੰਦ। ਇਹ ਗੁਰੂ ਨੇ ਬਚਨ ਸੁਣਾਇਆ ਹੈ ਸਾਨੂੰ ਵੀ ਭਾਈ ਆਹ ਕੰਮ ਕਰ। ਬਖਤੈ ਬਕ ਸ਼ਬਦ ਸੁਣਾਇਆ। ਗੁਰੂ ਪਾਤਸ਼ਾਹ ਐਸੇ ਨੇ ਜਿਨ੍ਹਾਂ ਨੇ ਸਿੱਖ ਨੂੰ ਕੋਲ ਆਇਆ ਜਾਣ ਕੇ ਉਪਦੇਸ਼ ਰੂਪੀ ਸ਼ਬਦ ਸੁਣਾਇਆ ਹੈ ਵੀ ਨਾਮ ਜਪਿਆ ਕਰ। ਇਹ ਗੁਰੂ ਨੇ ਬਚਨ ਆਖਿਆ ਹੈ। ਸੁਣਤੈ ਸੁਨ ਮਨ ਬਸਾਇਆ। ਤੇ ਸੁਣਤੈ ਜਿਹੜਾ ਜਗਿਆਸੂ ਹੈ ਸੁਣਨ ਵਾਲਾ। ਜਿਵੇਂ ਆਪਾਂ ਆ ਕੇ ਬੈਠੇ ਹਾਂ ਗੁਰੂ ਕੇ ਸਿੱਖ ਬੈਠਦੇ ਸੰਗਤ ਵਿੱਚ ਆ ਕੇ ਕੋਈ ਪ੍ਰਾਣੀ ਬੈਠਦਾ ਹੈ ਉਹ ਜਗਿਆਸੂ ਹੈ ਸੁਣਨ ਵਾਸਤੇ ਆਇਆ ਤਾਂ ਹੀ ਬਚਨ ਸੁਣਦਾ ਪਿਆ ਨਾ। ਸੋ ਕਹਿਣ ਲੱਗੇ ਸੁਣਤਾ ਹੈ ਜਿਹੜਾ ਜਗਿਆਸੂ ਹੈ ਜਦੋਂ ਉਸਨੇ ਸੁਣ ਗੁਰੂ ਦੇ ਸ਼ਬਦ ਨੂੰ ਸੁਣਿਆ ਤੇ ਮਨ ਵਸਾਇਆ ਉਹ ਉਪਦੇਸ਼ ਮਨ ਵਿੱਚ ਵਸਾ ਲਿਆ ਵੀ ਮੇਰੇ ਗੁਰੂ ਨੇ ਬਚਨ ਕੀਤਾ ਹੈ ਇਹਦੀ ਮੈਂ ਕਮਾਈ ਕਰਨੀ ਹੈ। ਸੋ ਇਸ ਤਰ੍ਹਾਂ ਉਹ ਜਗਿਆਸੂ ਜਿਹੜੇ ਨੇ ਉਹਨਾਂ ਸ਼ਬਦਾਂ ਨੂੰ ਕਮਾਉਣ ਦੀ ਜਿਹੜੀ ਉਹ ਸੇਵਾ ਵਿੱਚ ਲੱਗ ਜਾਂਦੇ ਮੰਨ ਕੇ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆਂ ਨੂੰ ਹੁਕਮ ਗੁਰੂ ਅੰਗਦ ਪਾਤਸ਼ਾਹ ਜੀ ਦਾ ਤੁਸੀਂ ਜਲ ਲਿਆ ਕੇ ਲੰਗਰ ਦੀ ਸੇਵਾ ਕਰਿਆ ਕਰੋ। ਸੰਗਤਾਂ ਦੇ ਪੀਣ ਦੇ ਵਾਸਤੇ ਜਲ ਲਿਆਇਆ ਕਰੋ। ਸਾਡੇ ਇਸ਼ਨਾਨ ਵਾਸਤੇ ਜਲ ਲੈ ਕੇ ਆਇਆ ਕਰੋ। ਇਹ ਬਚਨ ਮੰਨ ਕੇ ਬਚਨ ਸੁਣਿਆ ਗੁਰੂ ਦਾ ਉਪਦੇਸ਼ ਸੁਣ ਲਿਆ। ਸੁਣ ਕੇ ਫਿਰ ਮੰਨ ਲਿਆ। ਮੰਨ ਕੇ ਫਿਰ 12 ਸਾਲ ਦੀ ਕਠਿਨ ਸੇਵਾ ਲਗਾਤਾਰ ਕੀਤੀ ਹੈ ਤੇ ਫਿਰ ਪ੍ਰਾਪਤੀ ਵਾਲੇ ਬਣੇ। ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਜਦੋਂ ਸੁਣਤਾ ਜਿਹੜਾ ਜਗਿਆਸੂ ਹੈ ਸਿੱਖ ਹੈ ਉਹ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ ਫਿਰ ਮਨ ਵਸਾਇਆ ਉਸ ਵੇਲੇ ਮਨ ਵਿੱਚ ਵਸਾ ਲੈਂਦਾ ਹੈ ਤੇ ਫਿਰ ਪੰਕਤੀ ਨੂੰ ਮਹਾਰਾਜ ਜਿਵੇਂ ਆਪਾਂ ਸ਼ੁਰੂ ਤੋਂ ਪੜ੍ਹਿਆ ਹੈ ਤੇ ਉਸੇ ਤਰ੍ਹਾਂ ਫਿਰ ਉਸ ਉਪਦੇਸ਼ ਦੀ ਕਮਾਈ ਵਾਸਤੇ ਮਹਾਰਾਜ ਸਾਹਿਬ ਜੀ ਸਾਨੂੰ ਫਿਰ ਬਖਸ਼ਦੇ ਹਨ। ਬੰਦ ਚ ਬੰਧਨ ਪਾਇਆ। ਤੇ ਬੰਦ ਚ ਬੰਧਨ ਪਾਇਆ। ਇਹ ਜਿਹੜੇ ਬੰਦ ਚ ਨੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਬੰਧਨ ਪਾਇਆ ਫਿਰ ਉਸ ਗੁਰੂ ਕੇ ਸਿੱਖ ਨੇ ਬੰਧ ਲਿਆ ਹੈ। ਇਹ ਭਗਤੀ ਯੋਗ ਮਹਾਰਾਜ ਦੱਸਦੇ ਪਏ ਵੀ ਗੁਰੂ ਦਾ ਸ਼ਬਦ ਸੁਣ ਕੇ ਜਿਨ੍ਹਾਂ ਨੇ ਉਸ ਸ਼ਬਦ ਦੀ ਕਮਾਈ ਕੀਤੀ ਹੈ ਉਹ ਜਿਹੜੇ ਗੁਰਮੁਖ ਨੇ ਫਿਰ ਇਹ ਜਿਹੜੇ ਬੰਧਨ ਵਾਲੇ ਨੇ ਨਾ ਗੁਰਮੁਖੋ ਕਾਮ ਕ੍ਰੋਧ ਦੁਨੀਆ ਨੂੰ ਬੰਨ੍ਹ ਕੇ ਬੈਠੇ ਹੋਏ ਗੁਰਮੁਖ ਫਿਰ ਇਹਨਾਂ ਨੂੰ ਬੰਧਨ ਪਾ ਲੈਂਦੇ ਇਹਨਾਂ ਨੂੰ ਬੰਨ੍ਹ ਕੇ ਰੱਖ ਲੈਂਦੇ। ਐਸੀ ਉਹਨਾਂ ਨੂੰ ਦਾਤ ਪ੍ਰਾਪਤ ਹੁੰਦੀ ਹੈ। ਮੁਕਤੇ ਗੁਰ ਅਨਲ ਬੁਝਾਇਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਨਲ ਬੁਝਾਇਆ ਤ੍ਰਿਸ਼ਨਾ ਰੂਪੀ ਅੱਗ ਨੂੰ ਮਹਾਰਾਜ ਨੇ ਬੁਝਾ ਦਿੱਤਾ ਹੈ। ਆਪਣੇ ਸਿੱਖ ਨੂੰ ਮੁਕਤ ਕਰ ਦਿੱਤਾ ਹੈ। ਆਪ ਮੁਕਤ ਕਰੈ ਸੰਸਾਰ। ਗੁਰੂ ਐਸਾ ਸਮਰੱਥ ਹੈ ਗੁਰੂ ਉਪਦੇਸ਼ ਦੇ ਕੇ ਸਿੱਖ ਨੂੰ ਮੁਕਤ ਕਰ ਲੈਂਦਾ। ਅਨਲ ਬੁਝਾਇਆ ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਗੁਰੂ ਪਾਤਸ਼ਾਹ ਬੁਝਾ ਦਿੰਦੇ। ਸੁਣਿਆ ਸਤ ਸੰਤੋਖ ਗਿਆਨ ਇਸ ਤਰ੍ਹਾਂ ਸੰਤੋਖ ਦੇ ਕੇ ਤ੍ਰਿਸ਼ਨਾ ਦੀ ਅੱਗ ਨੂੰ ਮੇਟ ਦਿੰਦੇ ਹਨ। ਜਬ ਨਖ ਸਿੱਖ ਇਹੋ ਮਨ ਚੀਨਾ। ਗੁਰਮੁਖੋ ਜਿਸ ਵੇਲੇ ਪੈਰਾਂ ਦੇ ਨੋਹਾਂ ਤੋਂ ਲੈ ਕੇ ਸਿਰ ਤੱਕ
ਇਹ ਜਿਹੜਾ ਚੰਚਲ ਮਨ ਹੈ, ਮਨ ਹਰ ਵੇਲੇ ਚੰਚਲ ਹੈ। ਕਦੇ ਪੈਰਾਂ ਦੇ ਨਾਲ ਚੰਚਲਤਾ ਹੀ ਕਰ ਜਾਂਦਾ, ਕਦੇ ਹੱਥਾਂ ਨਾਲ ਕਰ ਜਾਂਦਾ, ਕਦੇ ਜ਼ੁਬਾਨ ਦੇ ਨਾਲ, ਕਦੇ ਕੰਨਾਂ ਨਾਲ, ਕਦੇ ਮੂੰਹ ਨਾਲ, ਕਦੇ ਇਸੇ ਤਰ੍ਹਾਂ ਅੱਖਾਂ ਦੇ ਨਾਲ। ਇਹ ਮਨ ਹਰ ਵੇਲੇ ਚੰਚਲਤਾ ਹੀ ਕਰਾਉਂਦਾ ਹੈ ਸਾਡੇ ਸਰੀਰ ਦੇ ਅੰਗਾਂ ਤੋਂ। ਪਾਤਸ਼ਾਹ ਕਹਿਣ ਲੱਗੇ, ਜਬ ਨਖ ਸਿੱਖ ਇਹੋ ਮਨ ਚੀਨਾ। ਜਿਸ ਵੇਲੇ ਪੈਰਾਂ ਦੇ ਨੋਹਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਸ ਚੰਚਲ ਮਨ ਨੂੰ ਸਿੱਖਾਂ ਨੇ ਚੀਨਾ ਕਹੀਏ ਵਸੀਕਾਰ ਕਰ ਲਿਆ ਹੈ। ਹੁਣ ਹੱਥ ਵੀ ਆਗਿਆ ਤੋਂ ਬਾਹਰ ਨਹੀਂ, ਪੈਰ ਵੀ ਬਾਹਰ ਨਹੀਂ, ਸਾਡੇ ਕੰਨ ਵੀ ਬਾਹਰ ਨਹੀਂ, ਜ਼ੁਬਾਨ ਵੀ ਬਾਹਰ ਨਹੀਂ, ਵਸੀਕਾਰ ਕਰ ਲੈਂਦੇ ਗੁਰਮੁਖ ਸਾਰੇ ਸਰੀਰ ਦੇ ਅੰਗਾਂ ਨੂੰ। ਜਦੋਂ ਐਸੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਤਬ ਅੰਤਰ ਮਜਨ ਕੀਨਾ। ਉਸ ਵੇਲੇ ਗੁਰਮੁਖਾਂ ਨੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਵਿੱਚ ਮੱਜਨ ਕੀਏ ਇਸ਼ਨਾਨ ਕੀਤਾ। ਬ੍ਰਹਮ ਆਨੰਦ ਦੀ ਪ੍ਰਾਪਤੀ ਹੋ ਗਈ ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਨੇ ਮਨ ਵਸ ਕਰ ਲਿਆ ਹੈ, ਮਨ ਨੂੰ ਕਹਿਣੇ ਵਿੱਚ ਕਰ ਲਿਆ ਹੈ। ਉਹ ਗੁਰਮੁਖ ਫਿਰ ਬ੍ਰਹਮ ਆਨੰਦ ਰੂਪੀ ਜਿਹੜਾ ਅੰਮ੍ਰਿਤ ਹੈ, ਬ੍ਰਹਮ ਗਿਆਨ ਦੀ ਦਾਤ, ਇਹਦੇ ਵਿੱਚ ਫਿਰ ਉਹ ਗੁਰਮੁਖ ਇਸ਼ਨਾਨ ਕਰਦੇ ਹਨ। ਪਵਨ ਪਤ ਹੁਣ ਮਨ ਰਹਿਣ ਖਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਵਨ ਪਤ ਜੋ ਪ੍ਰਾਣਾ ਦਾ ਪਤੀ ਜੀਵ ਨੇ, ਸੋ ਕਹਿਣ ਲੱਗੇ ਰਹਿਣ ਖਰਾ, ਖਰੇ ਸਥਾਨ ਦੇ ਉੱਪਰ ਉਨਮਨ ਕਹੀਏ ਤੁਰਿਆ ਪਦ ਵਿੱਚ ਰਹਿਣਾ ਕੀਤਾ। ਜਿਸ ਵੇਲੇ ਇਸ ਜੀਵ ਨੇ ਤੁਰਿਆ ਪਦ, ਜਿਸ ਨੂੰ ਕਿਹਾ ਜਾਂਦਾ ਹੈ ਕਿ ਉਹ ਪਦਵੀ ਜਿੱਥੇ ਜਾ ਕੇ ਚੌਥਾ ਸੁਣੈ ਜੋ ਨਰ ਜਾਣੈ ਤਾਕੋ ਪਾਪ ਨਾ ਪੁੰਨੰ। ਅਸੀਂ ਜਿਸ ਅਵਸਥਾ ਵਿੱਚ ਬੈਠੇ ਹਾਂ, ਇੱਥੇ ਅਸੀਂ ਪਾਪ ਕਰਾਂਗੇ ਸਾਨੂੰ ਪਾਪ ਵੀ ਲੱਗੇਗਾ, ਪੁੰਨ ਕਰਾਂਗੇ ਪੁੰਨ ਵੀ ਲੱਗੇਗਾ। ਪਰ ਨਾਮ ਜਪਦਿਆਂ ਜਪਦਿਆਂ ਇੱਕ ਅਵਸਥਾ ਐਸੀ ਬਣ ਜਾਂਦੀ ਹੈ ਜਿਸ ਨੂੰ ਤੁਰਿਆ ਅਵਸਥਾ ਕਿਹਾ ਜਾਂਦਾ ਹੈ। ਉਸ ਅਵਸਥਾ ਦੇ ਵਿੱਚ ਜਾ ਕੇ ਫਿਰ ਪਾਪ ਦਾ ਫਲ ਨਹੀਂ ਮਿਲਦਾ ਹੈ, ਨਾ ਹੀ ਪੁੰਨ ਦਾ ਫਲ ਮਿਲਦਾ ਹੈ। ਪਾਪ ਤੇ ਪੁੰਨ ਦਾ ਫਲ ਥੱਲੇ ਹੀ ਖਤਮ ਹੋ ਜਾਂਦਾ, ਲੱਗਦਾ ਹੀ ਨਹੀਂ ਹੈ। ਜੇ ਉਸ ਵਿਅਕਤੀ ਕੋਲੋਂ ਪਾਪ ਹੋ ਵੀ ਜਾਵੇ ਤਾਂ ਵੀ ਉਹਦਾ ਫਲ ਉਹਨੂੰ ਮਿਲੇਗਾ ਜਿਹੜਾ ਉਸ ਵਿਅਕਤੀ ਦੀ ਨਿੰਦਿਆ ਕਰੇਗਾ। ਮੰਨ ਲਓ ਕਿ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਹੈ, ਉਹਦੇ ਤੁਰੇ ਜਾਂਦਿਆਂ ਕਿਤੇ ਪੈਰ ਥੱਲੇ ਕੋਈ ਕੀੜੀ ਆ ਕੇ ਮਰ ਗਈ, ਕੋਈ ਹੋਰ ਨਿੱਕਾ ਮੋਟਾ ਇਸ ਤਰ੍ਹਾਂ ਦਾ ਪਾਪ ਹੋ ਗਿਆ, ਕੀਤਾ ਨਹੀਂ ਹੈ, ਅਣਜਾਣੇ ਵਿੱਚ ਹੋ ਗਿਆ ਹੈ, ਪਰ ਉਸ ਪਾਪ ਦਾ ਫਲ ਬ੍ਰਹਮ ਗਿਆਨੀ ਨੂੰ ਨਹੀਂ ਮਿਲੇਗਾ। ਕਿਹਨੂੰ ਮਿਲੇਗਾ? ਜਿਹੜਾ ਉਸ ਬ੍ਰਹਮ ਗਿਆਨੀ ਦੀ ਨਿੰਦਿਆ ਕਰੇਗਾ, ਉਹ ਫਲ ਉਹਨੂੰ ਭੋਗਣਾ ਪਵੇਗਾ। ਨਿੰਦਿਆ ਕਰਕੇ ਉਹਨੇ ਆਪਣੇ ਉੱਪਰ ਲੈ ਲਿਆ ਹੈ। ਜੇ ਬ੍ਰਹਮ ਗਿਆਨੀ ਸੋ ਪਰਉਪਕਾਰ ਕਰੇ, ਭਲਾ ਕਰੇ, ਪੁੰਨ ਕਰੇ, ਸੁਤੇ ਸਿੱਧੀ ਪੁੰਨ ਕਰਦਾ ਹੈ, ਤੇ ਉਹ ਪੁੰਨ ਦਾ ਫਲ ਵੀ ਬ੍ਰਹਮ ਗਿਆਨੀ ਨੂੰ ਨਹੀਂ ਮਿਲੇਗਾ। ਉਹ ਕਿਹਨੂੰ ਮਿਲਦਾ ਹੈ? ਜਿਹੜੇ ਉਸ ਬ੍ਰਹਮ ਗਿਆਨੀ ਦੀ ਸੇਵਾ ਕਰਦੇ ਪਏ, ਜਿਹੜੀ ਉਸ ਦੀ ਸੇਵਾ ਕਰਕੇ ਉਹਦੀ ਜੈ ਜੈਕਾਰ ਕਰਦੇ, ਉਹਦੀ ਸਿਫਤ ਕਰਦੇ, ਉਹ ਬ੍ਰਹਮ ਗਿਆਨੀ ਦੇ ਕੀਤੇ ਹੋਏ ਪੁੰਨ ਦਾ ਫਲ ਉਹ ਲੈ ਜਾਂਦੇ। ਕਿਉਂਕਿ ਪਾਪ ਤੇ ਪੁੰਨ ਜੇ ਫਲ ਦੇਣਗੇ ਤੇ ਫਿਰ ਬ੍ਰਹਮ ਗਿਆਨੀ ਨੂੰ ਜਨਮ ਲੈਣਾ ਪਵੇਗਾ। ਪਾਪ ਕੀਤਾ ਉਹਦੇ ਵਾਸਤੇ ਵੀ ਜਨਮ ਲੈਣਾ ਪੈਂਦਾ, ਜੇ ਪੁੰਨ ਕੀਤਾ ਉਹਦੇ ਵਾਸਤੇ ਵੀ ਜਨਮ ਲੈਣਾ ਪੈਂਦਾ ਹੈ। ਪਰ ਬ੍ਰਹਮ ਗਿਆਨੀ ਤੇ ਜੰਮਣ ਮਰਨ ਤੋਂ ਰਹਿਤ ਹੋ ਗਿਆ ਹੈ। ਇਸ ਕਰਕੇ ਜੇ ਸੁਤੇ ਸਿੱਧ ਪਾਪ ਹੋ ਵੀ ਜਾਵੇ ਤੇ ਉਹਦੇ ਪਾਪ ਦਾ ਫਲ ਲੈਣ ਵਾਸਤੇ ਜਨਮ ਨਹੀਂ ਲੈਂਦਾ, ਨਿੰਦਿਆ ਕਰਨ ਵਾਲੇ ਨੂੰ ਉਹਦਾ ਫਲ ਭੁਗਤਣਾ ਪੈਂਦਾ ਹੈ। ਜੇ ਪੁੰਨ ਕਰਦਾ ਪਿਆ ਤੇ ਪੁੰਨ ਦਾ ਫਲ ਖਾਣ ਵਾਸਤੇ ਬ੍ਰਹਮ ਗਿਆਨੀ ਨੂੰ ਜਨਮ ਨਹੀਂ ਲੈਣਾ ਪੈਂਦਾ, ਉਹਦਾ ਫਲ ਉਹਨੂੰ ਮਿਲੇਗਾ ਜਿਹੜਾ ਉਸ ਦੀ ਸੇਵਾ ਕਰਦਾ ਹੈ। ਉਸ ਦੀ ਸੇਵਾ ਵਿੱਚ ਲੱਗਾ ਹੋਇਆ ਉਹਨੂੰ ਪੁੰਨ ਦਾ ਫਲ ਮਿਲ ਜਾਂਦਾ ਹੈ। ਸੋ ਇਸ ਤਰ੍ਹਾਂ ਇਹ ਦਾਤਾਂ ਮਿਲਦੀਆਂ। ਆਪਾਂ ਕਈ ਵਾਰ ਵੇਖਦੇ ਨਾ, ਕੁਝ ਲੋਕ ਉਹਨਾਂ ਦੇ ਉੱਪਰ ਬੜੀ, ਕਿਸੇ ਸਾਧੂ ਨੇ ਸੇਵਾ ਕੀਤੀ ਹੈ, ਬੜੀ ਉਹਨਾਂ ਦੇ ਕਿਰਪਾ ਹੋ ਜਾਂਦੀ ਹੈ। ਉਹ ਕਿਰਪਾ ਹੋਣ ਦਾ ਕਾਰਨ ਇਹ ਹੈ ਵੀ ਜਿਹੜਾ ਕੋਈ ਪੁੰਨ ਸਾਧੂ ਨੇ ਕੀਤਾ ਨਾ ਸੁਤੇ ਸਿੱਧੀ, ਉਹਦਾ ਫਲ ਬੜਾ ਵੱਡਾ ਹੈ ਤੇ ਉਹ ਸੇਵਾ ਕਰਨ ਵਾਲਾ ਉਹ ਫਲ ਉਸ ਨੂੰ ਮਿਲ ਜਾਂਦਾ ਹੈ ਤੇ ਉਹਦੇ ਕੋਲ ਫਿਰ ਬਰਕਤਾਂ ਬਖਸ਼ਿਸ਼ਾਂ ਹੋ ਜਾਂਦੀਆਂ, ਵਸਤੂਆਂ ਮਿਲ ਜਾਂਦੀਆਂ। ਇਸ ਤਰ੍ਹਾਂ ਲੋਕ ਜਿਹੜੇ ਨੇ ਉਹ ਸਾਧੂਆਂ ਦੀ ਸੇਵਾ ਕਰਕੇ ਉਹਨਾਂ ਦੇ ਕੋਲੋਂ ਇਹ ਦਾਤ ਪ੍ਰਾਪਤ ਕਰ ਲੈਂਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਵਨ ਪਤ ਉਨਮਨ ਰਹਿਣ ਖਰਾ। ਸੋ ਇਹ ਜਿਹੜਾ ਪ੍ਰਾਣੀ ਹੈ, ਜੀਵ ਹੈ, ਇਹ ਉਨਮਨ ਕਹੀਏ ਤੁਰਿਆ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਉੱਥੇ ਜਾ ਕੇ ਰੁਕ ਜਾਂਦਾ ਹੈ। ਤੁਰਿਆ ਅਵਸਥਾ ਵਿੱਚ ਨਾ ਪਾਪ ਲੱਗਦਾ ਨਾ ਪੁੰਨ ਲੱਗਦਾ ਹੈ। ਬ੍ਰਹਮ ਗਿਆਨ ਦੀ ਅਵਸਥਾ, ਉਹਦੇ ਵਿੱਚ ਜਾ ਕੇ ਜੀਵ ਟਿਕ ਜਾਂਦਾ ਹੈ। ਨਹੀਂ ਮਿਰਤ ਨਾ ਜਨਮ ਜਰਾ। ਬ੍ਰਹਮ ਗਿਆਨੀ ਨੂੰ ਨਾ ਮੌਤ ਹੈ, ਨਾ ਜਨਮ ਹੈ, ਨਾ ਬੁਢੇਪਾ ਹੈ। ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਦਰ ਸੁਰਤ ਗਿਆਨ। ਸੋ ਇਹ ਅਵਸਥਾ ਬਣ ਜਾਂਦੀ ਹੈ। ਬ੍ਰਹਮ ਗਿਆਨੀ ਨੂੰ ਜਨਮ ਵੀ ਨਹੀਂ ਮਿਲਦਾ ਹੈ। ਬਹੁਰ ਹਮ ਕਾਹੇ ਆਵੇਂਗੇ, ਆਵੇਗਾ ਨਹੀਂ ਜਨਮ ਲੈ ਕੇ। ਅਤੇ ਨਾ ਹੀ ਮਰਨਾ ਹੈ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਦੇ। ਰੱਬ ਦਿਆਂ ਭਗਤਾਂ ਦੀ ਕਥਾ ਨਿਰਾਲੀ ਹੈ। ਉਹ ਸਾਡੇ ਵਾਂਗੂ ਨਹੀਂ ਆਏ ਦੁਨੀਆ ਵਿੱਚ ਜਨਮ ਲੈ ਕੇ,
ਤੇ ਸਾਡੇ ਵਾਂਗ ਨਹੀਂ ਦੁਨੀਆ ਵਿੱਚੋਂ ਦੁੱਖ ਭੋਗ ਕੇ ਜਾਂਦੇ। ਉਹਨਾਂ ਦਾ ਆਉਣਾ ਜਾਣਾ ਮਰਜ਼ੀ ਦੇ ਨਾਲ ਹੈ। ਨਾ ਨਹੀਂ ਮਿਰਤ ਨਾ ਜਨਮ, ਨਾ ਮੌਤ ਹੈ ਨਾ ਜਨਮ ਹੈ, ਨਾ ਜਰਾ ਕਹੀਏ ਉਹਨਾਂ ਨੂੰ ਬੁਢੇਪੇ ਦਾ ਦੁੱਖ ਹੁੰਦਾ ਹੈ। ਰਹਾਉ ਉਲਟੀ ਲੈ ਸਖਤ ਸਹਾਰੰ। ਭਗਤੀ ਦੀ ਸ਼ਕਤੀ ਲੈ ਕੇ ਉਹਨਾਂ ਨੇ ਸੰਸਾਰ ਵੱਲੋਂ ਆਪਣੀ ਬਿਰਤੀ ਨੂੰ ਉਲਟ ਕਰ ਲਿਆ ਹੈ। ਜਿਵੇਂ ਸਾਡੀ ਬਿਰਤੀ ਹੈ ਨਾ, ਅਸੀਂ ਅੱਜ ਆਹ ਕੰਮ ਕਰ ਲਈਏ, ਕੱਲ੍ਹ ਨੂੰ ਆਹ ਕਰ ਲਈਏ, ਅਸੀਂ ਦੁਨੀਆਦਾਰੀ ਬਾਰੇ, ਪਰਿਵਾਰ ਬਾਰੇ ਸੋਚਦੇ। ਬ੍ਰਹਮ ਗਿਆਨੀਆਂ ਦੀ ਦ੍ਰਿਸ਼ਟੀ ਉਲਟੀ ਹੋ ਜਾਂਦੀ ਹੈ। ਉਹ ਇਸ ਪਾਸੇ ਆਉਂਦੇ ਹੀ ਨਹੀਂ, ਸੰਸਾਰ ਵਾਲੇ ਪਾਸੇ। ਪਾਤਸ਼ਾਹ ਕਹਿਣ ਲੱਗੇ ਉਲਟੀ ਲੈ ਸਖਤ ਸਹਾਰੰ। ਭਗਤੀ ਕਰ ਕਰਕੇ ਭਗਤੀ ਦੀ ਸ਼ਕਤੀ ਉਹਨਾਂ ਕੋਲ ਆ ਜਾਂਦੀ ਹੈ, ਤੇ ਉਹਦੇ ਨਾਲ ਫਿਰ ਆਪਣੀ ਬਿਰਤੀ ਨੂੰ ਸਹਾਰੰ ਕਹੀਏ, ਉਲਟ ਕੇ, ਉਲਟਾ ਕੇ ਸਹਾਰ ਲੈਂਦੇ। ਸੰਸਾਰ ਦੀ ਮੋਹ ਮਮਤਾ ਵਿੱਚ ਨਹੀਂ ਪੈਂਦੇ ਹਨ। ਪੈਸੀਲੇ ਗਗਨ ਮਝਾਰੰ। ਤੇ ਪਾਤਸ਼ਾਹ ਕਹਿਣ ਲੱਗੇ ਉਸ ਵੇਲੇ ਗਗਨ ਜਈਏ ਚੇਤਨ, ਜੋ ਚੇਤਨ ਦੇਵ ਹੈ, ਜੋ ਚੇਤਨ ਆਨੰਦ ਸਰੂਪ ਪਰਮਾਤਮਾ ਹੈ, ਜਿਹਦੀ ਆਪਣੇ ਸਾਰਿਆਂ ਵਿੱਚ ਚੇਤਨ ਸਤਾ ਕੰਮ ਕਰ ਰਹੀ ਹੈ। ਕਹਿਣ ਲੱਗੇ ਉਸ ਵਿੱਚ ਉਹ ਗੁਰਮੁਖ ਜਿਹੜੇ ਨੇ ਆਪਣੀ ਬਿਰਤੀ ਨੂੰ ਟਿਕਾ ਲੈਂਦੇ, ਉਹਦੇ ਵਿੱਚ ਹੀ ਉਹ ਪ੍ਰਵੇਸ਼ ਕਰ ਜਾਂਦੇ। ਇਸ ਤਰ੍ਹਾਂ ਦੀ ਦਾਤ ਮਿਲਦੀ ਹੈ, ਫਿਰ ਬਖਸ਼ਦੇ ਹਨ। ਪੈਸੀਲੇ ਗਗਨ ਮਝਾਰੰ। ਉਲਟੀ ਲੈ ਸਖਤ ਸਹਾਰੰ। ਇਹ ਜਿਹੜੀ ਸ਼ਕਤੀ ਮਾਇਆ ਵੱਲ ਉਲਟ ਜਾ ਰਹੀ ਹੈ, ਉਸ ਬਿਰਤੀ ਨੂੰ ਰੋਕ ਲੈਂਦੇ। ਸਾਡੀ ਬਿਰਤੀ ਮਾਇਆ ਵੱਲ, ਸੰਸਾਰ ਵੱਲ, ਪਦਾਰਥਾਂ ਵੱਲ ਜਾਂਦੀ ਹੈ। ਗੁਰਮੁਖ ਆਪਣੀ ਬਿਰਤੀ ਨੂੰ ਰੋਕ ਕੇ ਨਿਰੰਕਾਰ ਦੇ ਵੱਲ ਜੋੜ ਲੈਂਦੇ। ਇਸ ਤਰ੍ਹਾਂ ਉਹ ਗੁਰਮੁਖ ਜਿਹੜੇ ਨੇ ਸਹਾਰੰ ਕਹੀਏ, ਰੋਕ ਲੈਂਦੇ, ਸੰਸਾਰ ਵੱਲੋਂ ਉਲਟ ਹੋ ਜਾਂਦੇ ਹਨ। ਪੈਸੀਲੇ ਗਗਨ ਮਝਾਰੰ। ਤੇ ਫਿਰ ਚੇਤਨ ਦੇਵ ਜੋ ਹੈ ਉਸ ਦੇ ਵਿੱਚ ਉਹ ਪ੍ਰਵੇਸ਼ ਕਰ ਜਾਂਦੇ, ਉਹਦੀ ਪ੍ਰਾਪਤੀ ਵਾਲੇ ਬਣ ਜਾਂਦੇ ਹਨ। ਵੇਦੀਲੇ ਚੱਕਰ ਭਯੰਗਾ। ਇਸ ਤਰੀਕੇ ਦੇ ਨਾਲ ਉਹਨਾਂ ਗੁਰਮੁਖਾਂ ਨੇ ਸੋ ਕਹਿਣ ਲੱਗੇ ਭੇਟੀਏ ਲੈ ਰਾਏ ਨਸੰਗਾ। ਜਿਹੜਾ ਰਾਜਾ ਸਰੂਪ ਹੈ ਨਾ ਪਰਮਾਤਮਾ, ਸੋ ਕਹਿਣ ਲੱਗੇ ਉਸ ਨੂੰ ਜਦੋਂ ਗੁਰਮੁਖਾਂ ਨੂੰ ਮਿਲ ਜਾਂਦਾ ਹੈ, ਨਿਸ਼ਾਂਗੀ ਉਹ ਪਰਮਾਤਮਾ ਜਦੋਂ ਮਿਲ ਜਾਂਦਾ ਹੈ, ਭੇਟੀਏ ਲੈ ਰਾਏ ਨਸੰਗਾ। ਤੇ ਫਿਰ ਉਹਨਾਂ ਗੁਰਮੁਖਾਂ ਨੇ ਸੋ ਕਹਿ ਲਈਏ ਭੇਟੀਏ ਲੈ ਚੱਕਰ ਭੁੰਗਾ। ਇਹ ਜਿਹੜਾ ਉਹਨਾਂ ਗੁਰਮੁਖਾਂ ਨੇ ਇਸ ਕਰਕੇ ਕਾਲ ਰੂਪੀ ਜੋ ਭੁੰਗਾ ਸੱਪ ਹੈ, ਸੋ ਕਾਲ ਮੌਤ ਰੂਪੀ ਜਿਹੜਾ ਸੱਪ ਹੈ, ਉਹਨਾਂ ਗੁਰਮੁਖਾਂ ਨੇ ਬੇਦੀ ਵਾਲੇ ਵਿਣ ਦਿੱਤਾ ਹੈ। ਮੌਤ ਤੋਂ ਪਰੇ ਹੋ ਗਿਆ, ਹੁਣ ਆਪਣੀ ਮਰਜ਼ੀ ਨਾਲ ਹੀ ਆਉਣਗੇ। ਜੇ ਆ ਗਏ ਨੇ ਦੁਨੀਆ ਤੋਂ ਮਰਜ਼ੀ ਨਾਲ ਹੀ ਜਾਣਗੇ। ਉਹਨਾਂ ਦੇ ਉੱਪਰ ਕਾਲ ਦਾ ਸਮਾਂ ਲਾਗੂ ਨਹੀਂ ਹੁੰਦਾ ਹੈ, ਉਹ ਮਰਜ਼ੀ ਨਾਲ ਹੀ ਆਉਂਦੇ, ਮਰਜ਼ੀ ਨਾਲ ਸੰਸਾਰ ਤੋਂ ਜਾਂਦੇ ਹਨ। ਚੁੱਕੇ ਲੈ ਮੋਹਿ ਮੈਂ ਆਸਾ। ਉਹਨਾਂ ਗੁਰਮੁਖਾਂ ਦੀ ਇਹ ਮੋਹ ਰੂਪੀ ਜਿਹੜੀ ਪਦਾਰਥਾਂ ਦੀ ਆਸਾ ਹੈ, ਨਾਮ ਜਪਣ ਵਾਲਿਆਂ ਦੀ, ਉਹ ਦੂਰ ਹੋ ਜਾਂਦੀ ਹੈ। ਸਸ ਕੀਨੋ ਸੂਰ ਗਰਾਸਾ। ਸਸ ਤੋਂ ਭਾਵ ਹੈ ਗੁਰਮੁਖੋ ਸਤੋ ਗੁਣ ਜਿਹੜਾ ਹੈ, ਸੂਰ ਜਿਹੜਾ ਤਮੋ ਗੁਣ ਹੈ, ਉਸ ਨੂੰ ਗਰਾਸਾ ਗਰਸ ਲਿਆ। ਸਤੋ ਗੁਣ ਨੇ ਤਮੋ ਗੁਣ ਨੂੰ ਖਾ ਲਿਆ ਹੈ, ਐਸੀ ਦਾਤ ਮਿਲਦੀ ਹੈ। ਜਬ ਕੁੰਭਕ ਭਰਪੂਰ ਲੀਣਾ। ਜਿਸ ਵੇਲੇ ਕੁੰਭਕ, ਇਹ ਜਿਹੜੇ ਸਾਡੇ ਸਰੀਰ ਹਨ, ਇਹਨਾਂ ਦੇ ਵਿੱਚ ਭਰਪੂਰ ਲੀਨਾ, ਜੋ ਭਰੀਪੂਰਨ ਪਰਮਾਤਮਾ ਹੈ, ਜਿਸ ਵੇਲੇ ਉਸ ਦੇ ਵਿੱਚ ਲੀਨ ਹੋ ਗਏ। ਕੁੰਭਕ ਕਹੀਏ ਜਿਹੜੇ ਸਾਡੇ ਸਰੀਰ ਹਨ, ਇਹਨਾਂ ਵਿੱਚ ਭਰਪੂਰ ਲੀਨਾ ਪਰਮਾਤਮਾ ਸਾਰਿਆਂ ਦੇ ਵਿੱਚ ਭਰਿਆ ਹੋਇਆ, ਮਿਲਿਆ ਹੋਇਆ ਜਿਸ ਵੇਲੇ ਜਾਣਿਆ ਹੈ। ਤਹਿ ਬਾਜੇ ਅਨਹਦ ਬੀਣਾ। ਤੇ ਉਹਨਾਂ ਗੁਰਮੁਖਾਂ ਦੇ ਫਿਰ ਕਹਿਣ ਲੱਗੇ ਅਨਹਦ ਜਿਹੜੇ ਵਾਜੇ ਨੇ, ਹੱਦ ਤੋਂ ਰਹਿਤ ਉਹ ਵਾਜੇ ਵਾਜਦੇ ਉਹਨਾਂ ਨੂੰ ਸੁਣਾਈ ਦਿੰਦੇ ਹਨ। ਬਖਤੈ ਬਖਤ ਸ਼ਬਦ ਸੁਣਾਇਆ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਜੋ ਬਖਤਾ ਗੁਰੂ ਹੈ, ਜਿਸ ਵੇਲੇ ਉਸਨੇ ਸ਼ਬਦ ਉਪਦੇਸ਼ ਸੁਣਾਇਆ ਹੈ, ਸੁਣਤੇ ਸੁਣ ਮਨ ਵਸਾਇਆ। ਤੇ ਸੁਣਤੇ ਜਿਹੜਾ ਸੁਣਨ ਵਾਲਾ ਜਗਿਆਸੂ ਹੈ, ਸੁਣ ਕੇ ਗੁਰੂ ਦਾ ਸ਼ਬਦ ਮਨ ਵਿੱਚ ਵਸਾ ਲਿਆ ਹੈ। ਕਰ ਕਰਤਾ ਉਤਰਸ ਪਾਰੰ। ਇਸ ਤਰੀਕੇ ਦੇ ਨਾਲ ਕਰਤਾਰ ਕਰਤਾਰ ਕਰਕੇ, ਕਰਤਾ ਤੋਂ ਭਾਵ ਕਰਤਾਰ ਕਰਤਾਰ, ਅਕਾਲ ਪੁਰਖ ਵਾਹਿਗੁਰੂ ਵਾਹਿਗੁਰੂ ਕਰਕੇ ਉਤਰਸ ਪਾਰੰ, ਉਹ ਗੁਰਮੁਖ ਪਾਰ ਹੋ ਜਾਂਦੇ। ਭਗਤੀ ਜੋ ਕਰਨ ਦੇ ਨਾਲ ਉਹ ਗੁਰਮੁਖ ਜਿਹੜੇ ਨੇ ਉਤਰਸ ਪਾਰੰ, ਉਤਰਸ ਕਹੀਏ ਇਹ ਜੋ ਸੰਸਾਰ ਸਮੁੰਦਰ ਹੈ, ਇਹਦੇ ਤੋਂ ਗੁਰਮੁਖ ਪਾਰ ਹੋ ਜਾਂਦੇ ਹਨ। ਕਹੈ ਕਬੀਰਾ ਸਾਰੰ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਇਹ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਤੈਨੂੰ ਦੱਸਿਆ ਹੈ ਜੋਗੀ, ਹੁਣ ਤੇਰੀ ਮਰਜ਼ੀ ਹੈ, ਭਾਵੇਂ ਹਠ ਜੋ ਕਰਕੇ ਰੱਬ ਦੀ ਪ੍ਰਾਪਤੀ ਕਰ ਲਾ, ਭਾਵੇਂ ਭਗਤੀ ਜੋ ਕਰਕੇ ਰੱਬ ਦੀ ਪ੍ਰਾਪਤੀ ਕਰ ਲਾ। ਇਹ ਦੋਨੇ ਤੈਨੂੰ ਸਿਧਾਂਤ ਦੱਸ ਦਿੱਤੇ ਹਨ, ਪਰ ਜਿਹੜਾ ਵੀ ਇਹਨਾਂ ਵਿੱਚੋਂ ਕਰਨਾ ਹੈ
ਉਹ ਕਰਕੇ ਤੂੰ ਪ੍ਰਮਾਤਮਾ ਦੀ ਪ੍ਰਾਪਤੀ ਕਰਕੇ ਆਪਣੇ ਆਪ ਨੂੰ ਮੁਕਤ ਕਰ ਲੈਣਾ ਕਰ। ਚੰਦ ਸੂਰਜ ਦੋਏ ਜੋਤ ਸਰੂਪ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੋਂ 11ਵਾਂ ਸ਼ਬਦ ਸ਼ੁਰੂ ਕਰਦੇ ਕਬੀਰ ਸਾਹਿਬ ਜੀ। ਸੋ ਇੱਕ ਭੇਖੀ ਵਿਅਕਤੀ ਨਾ ਭੇਖ ਬਣਾ ਕੇ ਆਪਣਾ ਲਿਬਾਸ ਬਣਾ ਲਿਆ ਹੈ ਪਖੰਡ ਵਾਲਾ, ਤੇ ਆਪਣਾ ਪੇਟ ਭਰਨ ਵਾਸਤੇ, ਢਿੱਡ ਭਰਨ ਵਾਸਤੇ ਪਖੰਡ ਕਰਦਾ ਹੈ। ਜਿਵੇਂ ਅੱਜ ਕੱਲ੍ਹ ਕਈ ਪਖੰਡੀ ਲੋਕ ਨੇ ਨਾ, ਡੇਰੇਦਾਰ ਡੇਰਾ ਖੋਲ੍ਹ ਕੇ ਬੈਠੇ ਪਖੰਡ ਕਰਦੇ ਲੋਕਾਂ ਨੂੰ ਲੁੱਟਣ ਵਾਸਤੇ। ਇਸ ਤਰ੍ਹਾਂ ਦਾ ਕੋਈ ਪਖੰਡੀ ਬੈਠਾ ਸੀ ਕਬੀਰ ਸਾਹਿਬ ਜੀ ਦੇ ਸਾਹਮਣੇ। ਉਹ ਭੇਖ ਬਣਾ ਕੇ ਦੁਨੀਆ ਨੂੰ ਲੁੱਟਦਾ ਪਿਆ ਹੈ। ਉਹਨੂੰ ਵੇਖ ਕੇ ਤੇ ਕਬੀਰ ਸਾਹਿਬ ਜੀ ਕਹਿਣ ਲੱਗੇ, ਅਮਲ ਤੇ ਇਹ ਕਰਦਾ ਹੀ ਨਹੀਂ ਹੈ। ਜਿਹੜਾ ਬਚਨ ਦੁਨੀਆ ਨੂੰ ਕਹਿੰਦਾ ਵੀ ਇਹ ਕੰਮ ਕਰੋ ਇਹ ਕੰਮ ਕਰੋ, ਆਪ ਤੇ ਕਰਦਾ ਹੀ ਨਹੀਂ। ਰਹਿਤ ਅਵਰ ਕਛ ਅਵਰ ਕਮਾਵਤ ਮਨ ਹੀ ਪ੍ਰੀਤ, ਮੁਖੋਂ ਗੰਢ ਲਾਵਤ। ਵੀ ਇਹਦੀ ਹਾਲਤ ਐਸੀ ਹੈ, ਦੁਨੀਆ ਨੂੰ ਕੁਝ ਕਹਿੰਦਾ ਕਰੋ ਪਰ ਆਪ ਕਰਦਾ ਨਹੀਂ। ਜਿਵੇਂ ਇੱਕ ਪੰਡਤ ਵਿਦਵਾਨ ਸਭਾ ਵਿੱਚ ਕਥਾ ਕਰਦਾ ਪਿਆ ਨਾ, ਤੇ ਸਭਾ ਵਿੱਚ ਕਥਾ ਕਰਦਿਆਂ ਉਹਨੇ ਬਚਨ ਕਹਿ ਦਿੱਤਾ ਵੀ ਬੈਂਗਣੀ ਦੀ ਸਬਜ਼ੀ ਨਹੀਂ ਖਾਣੀ ਚਾਹੀਦੀ ਹੈ, ਇਹਦੇ ਵਿੱਚ ਕੀੜੇ ਵਗੈਰਾ ਹੁੰਦੇ, ਬੜੀ ਗਰਮ ਹੁੰਦੀ ਹੈ। ਪੰਡਤ ਦੀ ਘਰਵਾਲੀ ਬੈਠੀ ਹੋਈ ਸੁਣਦੀ ਪਈ ਹੈ। ਉਹ ਬਾਜ਼ਾਰੋਂ ਕਿਤੇ ਬੈਂਗਣੀ ਲੈ ਕੇ ਖਰੀਦ ਕੇ ਘਰ ਰੱਖ ਕੇ ਆ ਗਈ ਵੀ ਚਲੋ ਪਹਿਲਾਂ ਕਥਾ ਸੁਣੀਏ, ਫਿਰ ਆ ਕੇ ਬੈਂਗਣੀ ਦੀ ਸਬਜ਼ੀ ਬਣਾ ਲਵਾਂਗੇ। ਜਦੋਂ ਕਥਾ ਵਿੱਚੋਂ ਇਹ ਬਚਨ ਸੁਣਿਆ ਤੇ ਉਹਨੇ ਘਰੇ ਆ ਕੇ ਉਹ ਜਿਹੜੀ ਬੈਂਗਣੀ ਚੋ ਕੇ ਗਾਵਾਂ ਦੇ ਅੱਗੇ ਸੁੱਟ ਦਿੱਤੇ ਵੀ ਇਹ ਤੇ ਖਾਣੀ ਨਹੀਂ ਚਾਹੀਦੀ, ਬਣਾਉਣੀ ਨਹੀਂ ਚਾਹੀਦੀ ਹੈ, ਇਹਦੇ ਵਿੱਚ ਕੀੜੇ ਵਗੈਰਾ ਹੋਇਆ ਕਰਦੇ, ਜੀਵ ਹੱਤਿਆ ਹੋ ਜਾਂਦੀ ਹੈ। ਉਹ ਬੈਂਗਣੀ ਨੂੰ ਗਾਵਾਂ ਖਾ ਗਈਆਂ। ਜਦੋਂ ਪੰਡਤ ਜੀ ਆਏ ਕਹਿਣ ਲੱਗੇ ਪ੍ਰਸ਼ਾਦਾ, ਉਹਨੇ ਇਕੱਲਾ ਹੀ ਪ੍ਰਸ਼ਾਦਾ ਬਣਾ ਕੇ ਰੱਖ ਦਿੱਤਾ। ਪੰਡਤ ਜੀ ਨੇ ਪੁੱਛਿਆ ਜਿਹੜੀ ਸਬਜ਼ੀ ਲਿਆਂਦੀ ਹੈ ਉਹ ਨਹੀਂ ਬਣਾਈ ਹੈ? ਕਹਿਣ ਲੱਗੀ ਬੈਂਗਣੀ ਦੀ ਸਬਜ਼ੀ ਮੈਂ ਲੈ ਕੇ ਆਈ ਸੀ ਬਾਜ਼ਾਰ ਵਿੱਚੋਂ, ਪਰ ਤੁਸੀਂ ਆਪੇ ਤੇ ਕਿਹਾ ਵੀ ਇਹ ਬਣਾਉਣੀ ਨਹੀਂ ਚਾਹੀਦੀ, ਇਹਦੇ ਵਿੱਚ ਕੀੜੇ ਹੋਇਆ ਕਰਦੇ, ਇਹ ਗਰਮ ਹੁੰਦੀ ਹੈ, ਤੇ ਮੈਂ ਤੇ ਗਾਵਾਂ ਦੇ ਅੱਗੇ ਸੁੱਟ ਦਿੱਤੀ ਹੈ। ਉਹ ਪੰਡਤ ਕਹਿਣ ਲੱਗਾ, ਕਹਿੰਦਾ ਭੋਲੀਏ ਕਥਾ ਵਿਖਿਆਨ ਲੋਕਾਂ ਵਾਸਤੇ ਹੈ, ਆਪਣੇ ਵਾਸਤੇ ਥੋੜ੍ਹੀ ਨੁਕਸਾਨ ਕਰ ਦਿੱਤਾ ਤੂੰ। ਸੋ ਐਸਾ ਕੰਮ ਨਹੀਂ ਸੀ ਕਰਨਾ ਚਾਹੀਦਾ। ਉਹ ਬਚਨ ਇੱਥੇ ਲਿਖਦੇ ਪਏ, ਰਹਿਤ ਅਵਰ ਕਛ ਅਵਰ ਕਮਾਵਤ ਮਨ ਹੀ ਪ੍ਰੀਤ, ਮੁਖੋਂ ਗੰਢ ਲਾਵਤ। ਕਹਿੰਦਾ ਕੁਝ ਹੈ ਕਰਦਾ ਕੁਝ ਹੈ। ਉਹਦੇ ਵੱਲ ਵੇਖ ਕੇ ਕਬੀਰ ਸਾਹਿਬ ਜੀ ਇਹ ਸ਼ਬਦ ਬਖਸ਼ਿਸ਼ ਕਰਦੇ ਹਨ, ਚੰਦ ਸੂਰਜ ਦੋਏ ਜੋਤ ਸਰੂਪ। ਸੋ ਕਹਿਣ ਲੱਗੇ ਕਰਦੇ ਬ੍ਰਾਹਮੀ ਕਰ ਰੇ ਗਿਆਨੀ ਬ੍ਰਹਮ ਵਿਚਾਰ। ਉਸ ਗਿਆਨੀ ਨੂੰ ਵੇਖ ਕੇ ਨਾ, ਵਿਦਵਾਨ ਨੂੰ ਵੇਖ ਕੇ ਕਹਿਣ ਲੱਗੇ, ਉਹ ਵਿਦਵਾਨ ਇਹ ਕੰਮ ਨਾ ਕਰ ਵੀ ਦੁਨੀਆ ਨੂੰ ਕੁਝ ਕਰਕੇ ਵਿਖਾਉਂਦਾ ਤੇ ਕਰਦਾ ਕੁਝ ਹੈ। ਇਹ ਛੱਡ ਕੇ ਕਰ ਰੇ ਗਿਆਨੀ ਹੈ, ਗਿਆਨੀ ਵਿਦਵਾਨ ਪੰਡਤ। ਜੇ ਕਰਨਾ ਹੈ ਤੇ ਬ੍ਰਹਮ ਦੀ ਵਿਚਾਰ ਕਰ, ਜੇ ਕਰਨੀ ਚਾਹੁੰਦਾ ਹੈ ਬ੍ਰਹਮ ਦੀ ਵਿਚਾਰ ਕਰਿਆ ਕਰ, ਉਹਦੇ ਨਾਲ ਤੇਰਾ ਭਲਾ ਹੋਣਾ ਹੈ। ਉਸ ਵੇਲੇ ਫਰਮਾਉਂਦੇ ਹਨ, ਜੋਤੀ ਅੰਤਰ ਧਰਿਆ ਪਸਾਰ। ਸੋ ਕਹਿਣ ਲੱਗੇ ਕਰਦੇ ਗਿਆਨੀ ਬ੍ਰਹਮ ਵਿਚਾਰ, ਹੇ ਗਿਆਨੀ ਪੁਰਸ਼ਾ ਬ੍ਰਹਮ ਦੀ ਵਿਚਾਰ, ਸਰੂਪ ਦੀ ਵਿਚਾਰ ਕਰ। ਤੇ ਫਿਰ ਸ਼ਬਦ ਨੂੰ ਸ਼ੁਰੂ ਤੋਂ ਬਖਸ਼ਦੇ ਹਨ, ਚੰਦ ਸੂਰਜ ਦੋਏ ਜੋਤ ਸਰੂਪ। ਵੇਖ ਪਰਮਾਤਮਾ ਨੇ ਬਣਾਇਆ ਹੈ ਚੰਦਰਮਾ, ਤੇ ਉਸੇ ਪਰਮਾਤਮਾ ਨੇ ਬਣਾਇਆ ਹੈ ਸੂਰਜ। ਦੋਨੇ ਜਾਣੇ ਜੋਤ ਸਰੂਪ ਨੇ, ਭਾਵ ਕੇ ਪ੍ਰਕਾਸ਼ ਕਰਦੇ ਪਏ, ਦੁਨੀਆ ਵਿੱਚ ਪ੍ਰਕਾਸ਼ ਕਰਦੇ ਪਏ ਹਨ। ਜੋਤੀ ਅੰਤਰ ਬ੍ਰਹਮ ਅਨੂਪ। ਇਹ ਜਿਹੜੀਆਂ 6 ਜੋਤੀਆਂ ਮੰਨੀਆਂ ਨੇ, 6 ਪ੍ਰਕਾਸ਼ ਕਰਨ ਵਾਲੀਆਂ ਚੀਜ਼ਾਂ ਵਿਦਵਾਨਾਂ ਨੇ ਮੰਨੀਆਂ ਨੇ। ਇੱਕ ਹੈ ਸੂਰਜ, ਦੂਜਾ ਹੈ ਚੰਦਰਮਾ, ਤੀਜਾ ਹੈ ਤਾਰੇ, ਚੌਥਾ ਹੈ ਬਿਜਲੀ, ਤੇ ਪੰਜਵਾਂ ਹੈ ਅਗਨੀ, ਤੇ ਛੇਵਾਂ ਹੈ ਬਾਣੀ। ਬਾਣੀ ਬਚਨ, ਇਹਨਾਂ ਸਾਰਿਆਂ ਨੂੰ ਪ੍ਰਕਾਸ਼ ਮੰਨਿਆ ਹੈ। ਇਹ ਕੁਦਰਤੀ ਪ੍ਰਕਾਸ਼ ਨੇ ਰੱਬ ਤੋਂ ਹੀ। ਸੋ ਇਹਨਾਂ ਨੂੰ ਬੰਦਾ ਨਹੀਂ ਪ੍ਰਕਾਸ਼। ਚੰਦਰਮਾ, ਸੂਰਜ, ਤਾਰੇ, ਅੱਗ, ਇਹ ਸਭ ਕੁਝ ਰੱਬ ਦੇ ਕੋਲੋਂ ਹੀ ਪ੍ਰਕਾਸ਼ ਹੁੰਦੇ ਪਏ। ਇਹ 6 ਜੋਤੀਆਂ ਨੇ ਜਿਹੜੀਆਂ ਆਪਣੇ ਆਪ ਇੱਕ ਦੂਜੇ ਤੋਂ ਪ੍ਰਕਾਸ਼ ਲੈ ਕੇ ਫਿਰ ਪ੍ਰਕਾਸ਼ ਹੁੰਦੀਆਂ। ਪਰਮਾਤਮਾ ਐਸਾ ਹੈ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ ਹੁੰਦਾ ਹੈ, ਤਾਂ ਉਸ ਨੂੰ ਆਖਿਆ ਸੈ ਭੰ, ਆਪਣੇ ਆਪ ਤੋਂ ਪ੍ਰਕਾਸ਼, ਕਿਸੇ ਦੇ ਉੱਪਰ ਨਹੀਂ ਹੈ। ਸੋ ਕਹਿਣ ਲੱਗੇ ਇਹ ਜਿਹੜੀਆਂ 6 ਜੋਤੀਆਂ ਨੇ, ਜੋਤੀ ਅੰਦਰ ਬ੍ਰਹਮ ਅਨੂਪ। ਅਨੂਪ ਜਿਹੜਾ ਬੇਮਿਸਾਲ ਬ੍ਰਹਮ ਹੈ ਉਹ ਵਿਆਪਕ ਹੋ ਰਿਹਾ। ਕਹਿਣ ਲੱਗੇ ਵੇਖ ਚੰਦਰਮਾ ਤੇ ਸੂਰਜ ਪ੍ਰਕਾਸ਼ ਕਰਦੇ ਨੇ? ਕਹਿਣ ਲੱਗਾ ਹਾਂਜੀ ਕਰਦੇ। ਪਰ ਕਹਿਣ ਲੱਗੇ ਇਹਨਾਂ ਦੇ ਅੰਦਰ ਵੀ ਪ੍ਰਮਾਤਮਾ ਹੈ, ਤਾਂ ਇਹ ਪ੍ਰਕਾਸ਼ ਕਰਦੇ ਪਏ। ਇਹਦੇ ਤੋਂ ਬਿਨਾਂ ਤਾਰੇ ਨੇ, ਇਸੇ ਤਰ੍ਹਾਂ ਅੱਗ ਹੈ। ਇਹ ਜਿੰਨੇ ਵੀ ਪ੍ਰਕਾਸ਼ ਆਪਾਂ ਗਿਣੇ ਨੇ, ਇਹਨਾਂ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਬੇਮਿਸਾਲ ਆਪ
ਬੈਠਾ ਹੋਇਆ ਪ੍ਰਕਾਸ਼ ਕਰਦਾ ਹੈ। ਕਰ ਰੇ ਗਿਆਨੀ ਬ੍ਰਹਮ ਵਿਚਾਰ। ਇਸ ਕਰਕੇ ਹੈ ਗਿਆਨੀ ਬ੍ਰਹਮ ਦੀ ਵਿਚਾਰ ਕਰਿਆ ਕਰ, ਬ੍ਰਹਮ ਸਰੂਪ ਦੀ ਵਿਚਾਰ ਕਰਨਾ ਕਰ। ਜੋਤੀ ਅੰਤਰ ਧਰਿਆ ਪਸਾਰ। ਕਿਉਂਕਿ ਉਸ ਪਰਮਾਤਮਾ ਨੇ ਸਾਰੇ ਸੰਸਾਰ ਦੇ ਪਸਾਰੇ ਦੇ ਅੰਦਰ ਜੋਤੀ ਸਰੂਪ ਵਾਹਿਗੁਰੂ ਨੇ ਆਪਣੇ ਆਪ ਨੂੰ ਧਰਿਆ ਹੋਇਆ ਹੈ। ਇਹ ਜਿੰਨਾ ਸੰਸਾਰ ਦਾ ਪਸਾਰਾ ਹੈ ਨਾ, ਭਾਵੇਂ ਚੰਦਰਮਾ, ਭਾਵੇਂ ਸੂਰਜ ਹੈ, ਭਾਵੇਂ ਅੱਗ ਹੈ, ਇਸੇ ਤਰ੍ਹਾਂ ਜੋ ਵੀ ਪ੍ਰਕਾਸ਼ ਹੈ ਸਾਰਿਆਂ ਦੇ ਅੰਦਰ ਉਸ ਪ੍ਰਮਾਤਮਾ ਨੇ ਆਪਣੇ ਆਪ ਨੂੰ ਧਰਿਆ ਹੋਇਆ, ਰੱਖਿਆ ਹੋਇਆ ਹੈ। ਰਹਾਉ ਹੀਰਾ ਦੇਖ ਹੀਰੇ ਕਰੋ ਆਦੇਸ਼। ਕਹਿਣ ਲੱਗੇ ਪਰਮਾਤਮਾ ਰੂਪੀ ਹੀਰੇ ਨੂੰ ਵੇਖ ਕੇ ਤੇ ਉਸ ਪਰਮਾਤਮਾ ਰੂਪ ਹੀਰੇ ਨੂੰ ਨਮਸਕਾਰ ਕਰ। ਪਰਮਾਤਮਾ ਹੀਰੇ ਦੇ ਵਾਂਗ ਹੈ। ਮਹਾਰਾਜ ਨੇ ਇਸ ਜਨਮ ਨੂੰ ਵੀ ਹੀਰਾ ਲਿਖਿਆ ਹੈ। ਹੀਰਾ ਹਾਥ ਚੜਿਆ ਨਿਰਮੋਲਕ, ਇਹ ਬਚਨ ਮਹਾਰਾਜ ਜੀਆਂ ਦੇ। ਇਹ ਜਨਮ ਵੀ ਹੀਰੇ ਵਰਗਾ ਹੈ ਤੇ ਪਰਮਾਤਮਾ ਵੀ ਹੀਰੇ ਵਰਗਾ ਹੈ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ ਰਾਮ, ਲੀਆ ਹੈ ਮੂਲ ਪਰਮਾਤਮਾ ਐਸਾ ਹੈ। ਹੀਰੇ ਦੇ ਵਰਗਾ। ਕਹਿਣ ਲੱਗੇ ਹੀਰਾ ਦੇਖ, ਉਸ ਹੀਰੇ ਪਰਮਾਤਮਾ ਨੂੰ ਵੇਖ ਕੇ ਕਰੋ ਆਦੇਸ਼, ਉਸ ਨੂੰ ਨਮਸਕਾਰ ਕਰ, ਤੇਰਾ ਭਲਾ ਹੋਵੇਗਾ। ਫਿਰ ਬਖਸ਼ਿਸ਼ ਕਰਦੇ ਹਨ। ਹੀਰਾ ਦੇਖ ਹੀਰੇ ਕਰੋ ਆਦੇਸ਼। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਗੁਰੂ ਪਾਤਸ਼ਾਹ ਨੇ ਹੀਰਾ ਰੂਪ ਗੁਰੂ ਦੇ ਕੋਲ ਜਦੋਂ ਆਉਂਦਾ ਨਮਸਕਾਰ ਕਰਿਆ ਕਰ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਭਾਈ ਮਰਦਾਨਾ ਜੀ ਨੂੰ ਇੱਕ ਲਾਲ ਦੇ ਕੇ ਆਖਿਆ ਸੀ ਨਾ, ਸਾਲਸਰਾਏ ਜੋਰੀ ਦੇ ਕੋਲ ਲੈ ਜਾ। ਭਾਵੇਂ ਕਿ ਭਾਈ ਮਰਦਾਨਾ ਜੀ ਪਹਿਲਾਂ ਕਈਆਂ ਕੋਲ ਲੈ ਗਿਆ, ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਜਦੋਂ ਸਾਲਸਰਾਏ ਦੇ ਕੋਲ ਲੈ ਕੇ ਗਿਆ, ਉਹਨੇ 100 ਰੁਪਈਆ ਰੱਖ ਕੇ ਮੱਥਾ ਟੇਕਿਆ, 101 ਰੁਪਈਆ ਰੱਖ ਕੇ ਨਮਸਕਾਰ ਕੀਤੀ ਹੈ। ਭਾਈ ਮਰਦਾਨਾ ਜੀ ਮਨ ਵਿੱਚ ਬੜੇ ਖੁਸ਼ ਹੋਏ ਵੀ ਇਹਨੇ ਬੜੀ ਵੱਡੀ ਕੀਮਤ ਲਾਤੀ ਮੇਰੇ ਹੀਰੇ ਦੀ, ਮੇਰੇ ਲਾਲ ਦੀ। ਪੁੱਛਿਆ, ਕਹਿਣ ਲੱਗਾ, ਐ ਸ਼ਾਹੂਕਾਰ, ਇਹ ਤੂੰ ਕੀਮਤ ਲਾਈ ਹੈ 101 ਰੁਪਈਆ ਮੇਰੇ ਇਸ ਲਾਲ ਦੀ ਜਿਹੜਾ ਮੈਂ ਲੈ ਕੇ ਆਇਆ? ਜੌਹਰੀ ਨੂੰ ਪੁੱਛਿਆ। ਜੌਹਰੀ ਨੇ ਆਖਿਆ, ਨਹੀਂ, ਜਿਹੜਾ ਅਸਲੀ ਜੌਹਰੀ ਹੁੰਦਾ ਨਾ, ਉਹਦਾ ਇਹ ਧਰਮ ਹੁੰਦਾ ਹੈ ਕਿ ਜਦੋਂ ਕਿਸੇ ਕੀਮਤੀ ਹੀਰੇ ਦੇ ਦਰਸ਼ਨ ਕਰੇ ਉਹਨੂੰ ਨਮਸਕਾਰ ਕਰੇ। ਇਸ ਹੀਰੇ ਦੇ ਉੱਪਰ ਲਿਖਿਆ ਹੈ ਵੀ ਜਿਹੜਾ ਵੀ ਜੌਹਰੀ ਇਹਦੇ ਦਰਸ਼ਨ ਕਰੇ ਉਹ 101 ਰੁਪਈਆ ਇਹਨੂੰ ਮੱਥਾ ਟੇਕੇ। ਦਰਸ਼ਨੀ ਭੇਟਾ ਇਸ ਦੀ, ਦਰਸ਼ਨ ਕਰਨ ਦੇ। ਮੈਂ ਤੇ ਕੇਵਲ ਦਰਸ਼ਨ ਹੀ ਕਰ ਸਕਦਾ, ਇਹਦੀ ਭੇਟਾ ਰੱਖ ਕੇ ਖਰੀਦ ਨਹੀਂ ਸਕਦਾ। ਖਰੀਦ ਤੇ ਦੁਨੀਆ ਦਾ ਕੋਈ ਵੀ ਬੰਦਾ ਰਾਜਾ ਨਹੀਂ ਸਕਦਾ, ਇਹ ਇੰਨਾ ਕੀਮਤੀ ਹੈ। ਇਹ ਬਚਨ ਸਾਲਸਰਾਏ ਨੇ ਭਾਈ ਮਰਦਾਨਾ ਜੀ ਨੂੰ ਆਖੇ ਸਨ। ਸੋ ਕਹਿਣ ਲੱਗੇ, ਜਿਵੇਂ ਇੱਕ ਚੰਗਾ ਜੌਹਰੀ ਹੀਰੇ ਨੂੰ ਨਮਸਕਾਰ ਕਰਦਾ ਭੇਟਾ ਰੱਖ ਕੇ, ਐਸੇ ਤਰ੍ਹਾਂ ਭਾਈ ਗੁਰੂ ਕਿਆ ਸਿੱਖਾ, ਜੋ ਤੇਰਾ ਗੁਰੂ ਹੈ ਉਹ ਤੇਰਾ ਪਾਰ ਉਤਾਰਾ ਕਰਨ ਵਾਲਾ ਹੀਰੇ ਵੱਤ ਹੈ। ਗੁਰੂ ਰੂਪੀ ਹੀਰੇ ਨੂੰ ਨਮਸਕਾਰ ਕਰ। ਅਤੇ ਇਸੇ ਤਰ੍ਹਾਂ ਜਦੋਂ ਗੁਰੂ ਨੂੰ ਨਮਸਕਾਰ ਕਰੇਗਾ ਫਿਰ ਕੀ ਮਿਲੇਗਾ? ਕਹਿਣ ਲੱਗੇ, ਫਿਰ ਤੈਨੂੰ ਪਰਮਾਤਮਾ ਮਿਲ ਪਵੇਗਾ। ਪਰਮਾਤਮਾ ਵੀ ਹੀਰੇ ਵਰਗਾ ਹੀ ਹੈ ਨਾ। ਗੁਰੂ ਨੂੰ ਨਮਸਕਾਰ ਕਰਕੇ ਪਰਮਾਤਮਾ ਰੂਪੀ ਹੀਰੇ ਦੇ ਦਰਸ਼ਨ ਹੋ ਜਾਂਦੇ। ਨਮਸਕਾਰ ਤਾਕੋ ਲਖ ਬਾਰ, ਇਹ ਬਾਣੀ ਦਾ ਬਚਨ ਹੈ। ਸੋ ਇਸ ਤਰ੍ਹਾਂ ਗੁਰੂ ਰੂਪੀ ਹੀਰੇ ਨੂੰ ਨਮਸਕਾਰ ਕਰਕੇ ਪਰਮਾਤਮਾ ਰੂਪੀ ਹੀਰੇ ਦੇ ਦਰਸ਼ਨ ਕਰ ਲੈਣਾ ਕਰ। ਕਹਿ ਕਬੀਰ ਨਿਰੰਜਨ ਅਲੇਖ। ਕਬੀਰ ਸਾਹਿਬ ਜੀ ਕਹਿਣ ਲੱਗੇ, ਉਹ ਪਰਮਾਤਮਾ ਨਿਰੰਜਨ ਹੈ, ਮਾਇਆ ਦੀ ਮੈਲ ਤੋਂ, ਵਿਦਿਆ ਦੀ ਮੈਲ ਤੋਂ ਰਹਿਤ ਹੈ ਉਹ ਪਰਮਾਤਮਾ, ਅਤੇ ਅਲੇਖ ਲੇਖਾਂ ਤੋਂ ਵੀ ਰਹਿਤ ਹੈ। ਇਹ ਗਿਆਨੀ ਪੁਰਸ਼ ਦੂਜਿਆਂ ਨੂੰ ਗੱਲਾਂ ਕਰਕੇ ਦੱਸਦਾ ਹੈ, ਪਰ ਉਸ ਪਰਮਾਤਮਾ ਨੂੰ ਨਮਸਕਾਰ ਕਰ ਜਿਹੜਾ ਪਰਮਾਤਮਾ ਮਾਇਆ ਦੀ ਮੈਲ ਤੋਂ ਰਹਿਤ ਹੈ, ਲੇਖਾਂ ਤੋਂ ਰਹਿਤ ਹੈ। ਉਹਦੀ ਪ੍ਰਾਪਤੀ ਦਾ ਯਤਨ ਕਰ। ਇਹ ਦੁਨੀਆ ਨੂੰ ਪਖੰਡ ਕਰਕੇ ਨਾ ਵਿਖਾ। ਇਸ ਤਰ੍ਹਾਂ ਸਮਝਾ ਕੇ ਉਪਦੇਸ਼ ਦਿੰਦੇ ਹਨ। ਦੁਨੀਆ ਹੁਸ਼ਿਆਰ ਬੇਦਾਰ ਜਾਗਤ, ਮੁਸੀਅਤ ਹੋਰ ਭਾਈ। ਕਬੀਰ ਸਾਹਿਬ ਜੀ ਬਚਨ ਬਖਸ਼ਿਸ਼ ਕਰਦੇ ਪਏ। ਇਥੋਂ 12ਵਾਂ ਸ਼ਬਦ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੋ ਰਿਹਾ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ, ਇਹ ਦੁਨੀਆ ਦੇ ਲੋਕੋ ਹੁਸ਼ਿਆਰ, ਤੁਸੀਂ ਹੁਸ਼ਿਆਰ ਹੋਵੋ। ਦੁਨੀਆ ਦੇ ਲੋਕ ਤੇ ਵੈਸੇ ਹੀ ਬੜੇ ਹੁਸ਼ਿਆਰ ਨੇ, ਪਰ ਕਬੀਰ ਸਾਹਿਬ ਜੀ ਦੁਨੀਆਦਾਰੀ ਦੀ ਹੁਸ਼ਿਆਰੀ ਦੀ ਗੱਲ ਨਹੀਂ ਕਰਦੇ ਹਨ। ਦੁਨੀਆ ਹੁਸ਼ਿਆਰ ਹੈ, ਦੁਨੀਆ ਦੇ ਲੋਕੋ ਹੁਸ਼ਿਆਰ ਹੋਵੋ। ਉਸ ਵੇਲੇ ਲੋਕਾਂ ਨੇ ਆਖਿਆ, ਭਗਤ ਜੀ ਅਸੀਂ ਤੇ ਬੇਦਾਰ, ਅਸੀਂ ਤੇ ਪਹਿਲਾਂ ਹੀ ਖਬਰਦਾਰ ਹਾਂ, ਪਹਿਲਾਂ ਹੀ ਅਸੀਂ ਪੂਰੇ ਹੁਸ਼ਿਆਰ ਹਾਂ, ਖਬਰਦਾਰ ਹਾਂ, ਪੂਰਾ ਅਸੀਂ ਧਿਆਨ ਰੱਖਦੇ ਹਾਂ ਆਸੇ ਪਾਸੇ ਚਾਰ ਚੁਫੇਰੇ। ਤੁਸੀਂ ਇਹ ਗੱਲ ਕਿਉਂ ਕਹੀ ਹੈ ਵੀ ਦੁਨੀਆ ਦੇ ਲੋਕੋ ਹੁਸ਼ਿਆਰ ਹੋ ਜਾਓ? ਅਸੀਂ ਤੇ ਪਹਿਲਾਂ ਹੀ ਹੁਸ਼ਿਆਰ ਹਾਂ। ਦੁਨੀਆ ਹੁਸ਼ਿਆਰ ਬੇਦਾਰ,
ਬੇਦਾਰ ਤੋਂ ਭਾਵ ਹੈ ਖਬਰਦਾਰ ਰਹਿਣਾ, ਹਰ ਵੇਲੇ ਚੁਕੰਨੇ ਰਹਿਣਾ। ਦੁਨੀਆ ਦੇ ਲੋਕਾਂ ਨੇ ਆਖਿਆ ਸੀ ਤੇ ਪਹਿਲਾਂ ਹੀ ਚੁਕੰਨੇ ਹਾਂ। ਕਬੀਰ ਸਾਹਿਬ ਜੀ ਕਹਿਣ ਲੱਗੇ ਜੇ ਤੁਸੀਂ ਪਹਿਲਾਂ ਹੀ ਖਬਰਦਾਰ ਹੋ ਤੇ ਭਾਈ ਸਾਨੂੰ ਲੱਗਦਾ ਨਹੀਂ ਵੀ ਤੁਸੀਂ ਖਬਰਦਾਰ ਹੋ। ਪੁੱਛਿਆ ਲੋਕਾਂ ਨੇ ਕਿਉਂ, ਤੇ ਬਖਸ਼ਿਸ਼ ਕਰਦੇ ਹਨ। ਜਾਗਤ ਮੁਤੀਅਤ ਹੋਰੇ ਭਾਈ। ਕਹਿਣ ਲੱਗੇ ਤੁਸੀਂ ਜਾਗਦਿਆਂ ਹੀ ਮੁਸੀਅਤ ਲੁੱਟੇ ਜਾ ਰਹੇ ਹੋ। ਤੁਹਾਨੂੰ ਮੈਂ ਆਖਿਆ ਵੀ ਸਾਵਧਾਨ ਹੋ ਜਾਓ, ਤੁਸੀਂ ਆਖਦੇ ਵੀ ਅਸੀਂ ਸਾਵਧਾਨ ਹਾਂ। ਮੈਂ ਆਖਿਆ ਵੀ ਖਬਰਦਾਰ ਹੋ ਜਾਓ, ਤੁਸੀਂ ਆਖਿਆ ਵੀ ਅਸੀਂ ਖਬਰਦਾਰ ਹਾਂ। ਪਰ ਜੇ ਤੁਸੀਂ ਸਾਵਧਾਨ ਵੀ ਹੋ, ਖਬਰਦਾਰ ਵੀ ਹੋ, ਹੁਸ਼ਿਆਰ ਵੀ ਹੋ, ਫਿਰ ਤੁਸੀਂ ਲੁੱਟੇ ਕਿਉਂ ਜਾ ਰਹੇ ਹੋ? ਤੁਹਾਨੂੰ ਤੇ ਲੁੱਟਿਆ ਜਾ ਰਿਹਾ ਹੈ। ਲੋਕਾਂ ਨੇ ਹੈਰਾਨ ਹੋ ਕੇ ਪੁੱਛਿਆ ਕਬੀਰ ਸਾਹਿਬ ਜੀ ਕਿਵੇਂ ਅਸੀਂ ਲੁੱਟੇ ਜਾ ਰਹੇ? ਅਸੀਂ ਤੇ ਲੁੱਟੇ ਜਾ ਹੀ ਨਹੀਂ ਸਕਦੇ ਹਾਂ, ਕਿਉਂਕਿ ਸਾਡੇ ਕੋਲ ਬੜੇ ਬੜੇ ਗ੍ਰੰਥ ਨੇ। ਪੰਡਤ ਲੋਕ ਆ ਗਏ ਗੱਲ ਸੁਣ ਕੇ ਵੀ ਭੋਲੇ ਲੋਕਾਂ ਨੂੰ ਜਵਾਬ ਨਹੀਂ ਆਉਣਾ, ਅਸੀਂ ਜਵਾਬ ਦੇਈਏ। ਪੰਡਤ ਆ ਕੇ ਆਖਦੇ ਕਬੀਰ ਸਾਹਿਬ ਸਾਡੇ ਕੋਲ ਵੇਦ ਹੈ, ਸ਼ਾਸਤਰ ਹੈ, ਧਾਰਮਿਕ ਗ੍ਰੰਥ ਨੇ, ਇਹਨਾਂ ਦੇ ਹੁੰਦਿਆਂ ਸਾਨੂੰ ਕੌਣ ਲੁੱਟ ਕੇ ਲੈ ਜਾਏਗਾ? ਅਸੀਂ ਤੇ ਬੜੇ ਸਾਵਧਾਨ ਹੋ ਕੇ ਬੈਠੇ ਹਾਂ। ਤੇ ਬਖਸ਼ਿਸ਼ ਕਰਦੇ ਹਨ। ਨਿਗਮ ਹੁਸ਼ਿਆਰ ਪਹਿਰੂਆ ਦੇਖਤ ਜਮ ਲੈ ਜਾਈ। ਉਸ ਵੇਲੇ ਕਬੀਰ ਸਾਹਿਬ ਜੀ ਕਹਿਣ ਲੱਗੇ ਤੁਹਾਡੇ ਕੋਲ ਸੋ ਤੁਹਾਡੇ ਬੇਸ਼ੱਕ ਤੁਹਾਡੇ ਕੋਲ ਅੰਤਹਿਕਰਨ ਰੂਪੀ ਦਰਵਾਜ਼ਿਆਂ ਦੇ ਉੱਪਰ ਇਹ ਵੇਦਾਂ ਰੂਪੀ ਜਿਹੜੇ ਬਲ ਵਾਲੇ ਪਹਿਰੇਦਾਰ ਖਲੋਤੇ ਨੇ। ਮੰਨ ਲਓ ਪਹਿਰੇਦਾਰ ਦਰਵਾਜ਼ੇ ਤੇ ਖਲੋਤਾ ਹੋਵੇ ਤੇ ਉਹਦੇ ਖਲੋਤਿਆਂ ਹੀ ਜੇ ਕੋਈ ਘਰੋਂ ਸਮਾਨ ਲੁੱਟ ਕੇ ਲੈ ਜਾਏ ਤਾਂ ਉਹ ਪਹਿਰੇਦਾਰ ਕਾਹਦਾ ਹੋਇਆ? ਕਬੀਰ ਸਾਹਿਬ ਜੀ ਕਹਿਣ ਲੱਗੇ ਮੰਨ ਲਿਆ ਵੀ ਤੁਸੀਂ ਹੁਸ਼ਿਆਰ ਤੇ ਖਬਰਦਾਰ ਹੋ, ਤੁਸੀਂ ਵੇਦ ਸ਼ਾਸਤਰ ਪੜ੍ਹੇ ਨੇ, ਵੇਦਾਂ ਸ਼ਾਸਤਰਾਂ ਰੂਪੀ ਪਹਿਰੇਦਾਰ ਤੁਸੀਂ ਰੱਖੇ ਹੋਏ ਨੇ ਤੁਹਾਨੂੰ ਬਚਾਉਣ ਵਾਸਤੇ। ਪਰ ਇਹਨਾਂ ਸਾਰਿਆਂ ਦੇ ਸਮਝਦਿਆਂ ਬੈਠਿਆਂ ਹੋਇਆਂ ਪਹਿਰੇਦਾਰਾਂ ਦੇ ਹੁੰਦਿਆਂ ਦੇਖਤ ਜਮ ਲੈ ਜਾਈ, ਤੁਹਾਨੂੰ ਜਮ ਨੇ ਲੈ ਜਾਣਾ ਹੈ, ਤੁਹਾਨੂੰ ਇਹਨਾਂ ਵੇਦਾਂ ਸ਼ਾਸਤਰਾਂ ਨੇ ਬਚਾਉਣਾ ਨਹੀਂ ਹੈ। ਪਹਿਰੇਦਾਰ ਖਲੋਤਾ ਹੋਵੇ, ਚੋਰ ਆ ਕੇ ਘਰੋਂ ਸਮਾਨ ਵੀ ਲੈ ਜਾਵੇ, ਘਰ ਦੇ ਜੀਆਂ ਨੂੰ ਵੀ ਚੁੱਕ ਕੇ ਲੈ ਜਾਵੇ ਤੇ ਪਹਿਰੇਦਾਰ ਕਰੇ ਹੀ ਕੁਝ ਨਾ, ਤੇ ਫਿਰ ਉਸ ਪਹਿਰੇਦਾਰ ਦਾ ਕੀ ਕਰਨਾ ਹੈ? ਪਹਿਰੇਦਾਰ ਦਾ ਤਾਂ ਫਾਇਦਾ ਹੈ ਵੀ ਉਹ ਘਰ ਦੇ ਜੀਆਂ ਨੂੰ ਬਚਾਏ, ਉਹਦਾ ਫਾਇਦਾ ਤਾਂ ਹੈ ਕਿ ਆਪਣੀ ਜਾਨ ਨੂੰ ਵੀ ਬਚਾਏ, ਦੂਜਿਆਂ ਦੀ ਜਾਨ ਨੂੰ ਬਚਾਏ, ਮੁਸੀਬਤ ਵਿੱਚੋਂ ਕੱਢੇ। ਜਿਵੇਂ ਕਹਿਣ ਲੱਗੇ ਕਹਿਣ ਲੱਗੇ ਡਰਪੋਕ ਵਿਅਕਤੀ ਨੂੰ ਕਿਸੇ ਨੇ ਆਖਿਆ ਹਥਿਆਰ ਕੋਲ ਰੱਖਣਾ ਚਾਹੀਦਾ ਹੈ। ਕਹਿਣ ਲੱਗਾ ਹਥਿਆਰ ਕੀ ਕਰਦਾ? ਕਹਿੰਦਾ ਰੱਖਿਆ ਕਰੇਗਾ ਮੁਸੀਬਤ ਪੈਣ ਤੇ ਉਹ ਕਹਿਣ ਲੱਗਾ ਹਥਿਆਰ ਤੇ ਮੈਂ ਲੈ ਨਹੀਂ ਸਕਦਾ, ਫਿਰ ਜਾਂ ਤੇ ਮੈਨੂੰ ਲੈ ਕੇ ਦੇ ਦਿਓ। ਤੇ ਸਿਆਣੇ ਵਿਅਕਤੀ ਨੇ ਪਿਸਤੌਲ ਲੈ ਕੇ ਦਿੱਤਾ। ਕਹਿਣ ਲੱਗਾ ਵੀ ਇਸ ਨੂੰ ਆਪਣੇ ਡੱਬ 'ਚ ਲਾ ਕੇ ਰੱਖਿਆ ਕਰ, ਜਦੋਂ ਕਿਤੇ ਮੁਸੀਬਤ ਪਵੇਗੀ ਇਹਦੀ ਵਰਤੋਂ ਤੂੰ ਕਰ ਸਕਦਾ ਹੈ। ਕਹਿਣ ਲੱਗਾ ਠੀਕ ਹੈ। ਰਸਤੇ ਵਿੱਚ ਜਾਂਦਿਆਂ ਚੋਰ ਪੈ ਗਏ। ਪਹਿਲਾਂ ਚੋਰਾਂ ਨੇ ਕੁੱਟਿਆ, ਕੁੱਟਣ ਤੋਂ ਬਾਅਦ ਵਿੱਚ ਉਹਨਾਂ ਨੇ ਗਲ ਦੇ ਕੱਪੜੇ ਵੀ ਲਾ ਲਏ, ਨੰਗਾ ਕਰ ਲਿਆ, ਇਕੱਲਾ ਲੰਗੋਟ ਹੀ ਕੋਲ ਰਹਿ ਗਿਆ। ਜਦੋਂ ਚੋਰਾਂ ਨੇ ਸਾਰੇ ਕੱਪੜੇ ਲਾ ਕੇ ਖੋਹ ਲਿਆ ਨਾ, ਇਹਦੇ ਕੋਲ ਸਾਰਾ ਧਨ ਪਦਾਰਥ ਜਿੰਨਾ ਵੀ ਹੈ, ਇਕੱਲਾ ਲੰਗੋਟ ਹੀ ਰਹਿ ਗਿਆ। ਤੇ ਉਹਨਾਂ ਚੋਰਾਂ ਨੂੰ ਪਿਸਤੌਲ ਦਿਸ ਪਿਆ ਵੀ ਡੱਬ ਦੇ ਵਿੱਚ ਤੇ ਹਥਿਆਰ ਲਾਈ ਬੈਠਾ ਹੈ। ਉਹਨਾਂ ਨੇ ਪੁੱਛ ਲਿਆ, ਕਹਿਣ ਲੱਗਾ ਵੀ ਆਹ ਪਿਸਤੌਲ ਕਾਹਦੇ ਵਾਸਤੇ ਰੱਖਿਆ ਹੈ? ਕਹਿਣ ਲੱਗਾ ਇਹ ਤਾਂ ਰੱਖਿਆ ਜਦੋਂ ਮੁਸੀਬਤ ਪਵੇਗੀ ਉਦੋਂ ਮੈਂ ਚਲਾਵਾਂਗਾ। ਉਹਨਾਂ ਨੇ ਫੜ ਕੇ ਹੋਰ ਕੁੱਟਿਆ ਵੀ ਇਦੋਂ ਤੇ ਹੋਰ ਮੁਸੀਬਤ ਕੀ ਪੈਣੀ ਹੈ, ਤੇਰੇ ਕੱਪੜੇ ਲਾਹ ਦਿੱਤੇ ਅਸੀਂ, ਤੈਨੂੰ ਲੁੱਟ ਕੇ ਲੈ ਚੱਲੇ ਹਾਂ, ਇਦੋਂ ਗਾਂ ਹੋਰ ਮੁਸੀਬਤ ਕਿਹੜੀ ਪੈਣੀ ਹੈ, ਤੂੰ ਚਲਾ ਹੀ ਨਹੀਂ ਸਕਿਆ ਹੈ। ਸੋ ਇਹੋ ਜਿਹੇ ਹਥਿਆਰ ਰੱਖਣ ਵਾਲੇ ਵਿਅਕਤੀ ਦਾ ਜਾਂ ਇਹੋ ਜਿਹੇ ਪਹਿਰੇਦਾਰ ਦਾ ਵੀ ਕੀ ਕਰਨਾ ਹੈ ਵੀ ਘਰ ਦੇ ਜੀਆਂ ਨੂੰ ਕੋਈ ਬੰਨ੍ਹ ਕੇ ਲੈ ਜਾਵੇ, ਅਗਵਾ ਕਰਕੇ ਲੈ ਜਾਵੇ, ਕੋਈ ਸਮਾਨ ਲੁੱਟ ਕੇ ਲੈ ਜਾਵੇ ਤੇ ਪਹਿਰੇਦਾਰ ਆਖੇ ਵੀ ਕੋਈ ਨਹੀਂ ਮੁਸੀਬਤ ਪਵੇਗੀ ਤੇ ਫਿਰ ਹੀ ਮੈਂ ਕੁਝ ਕਰਾਂਗਾ, ਤੇ ਇਹਦੇ ਤੋਂ ਅੱਗੇ ਹੋਰ ਮੁਸੀਬਤ ਕਿਹੜੀ ਪੈਣੀ ਹੈ? ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਅਸੀਂ ਵੇਦ ਸ਼ਾਸਤਰਾਂ ਰੂਪੀ ਪਹਿਰੇਦਾਰ ਰੱਖੇ ਨੇ, ਪਰ ਜਦੋਂ ਜਮਾਂ ਨੇ ਲੈਣ ਵਾਸਤੇ ਆਉਣਾ ਨਾ ਜਮਦੂਤਾਂ ਨੇ, ਉਦੋਂ ਇਹਨਾਂ ਪਹਿਰੇਦਾਰਾਂ ਨੇ ਤੁਹਾਡੀ ਰਾਖੀ ਨਹੀਂ ਕਰਨੀ ਹੈ। ਇਹ ਵੇਦਾਂ ਸ਼ਾਸਤਰਾਂ ਦੇ ਕੋਲ ਹੁੰਦਿਆਂ ਵੀ ਤੁਹਾਨੂੰ ਜਮਾਂ ਨੇ ਕੱਢ ਕੇ ਲੈ ਜਾਣਾ ਹੈ। ਨਿਗਮ ਹੁਸ਼ਿਆਰ ਪਹਿਰੂਆ, ਇਹ ਜਿਹੜੇ ਧਾਰਮਿਕ ਗ੍ਰੰਥ ਨੇ ਪਹਿਰੇਦਾਰ ਤੇ ਤੁਸੀਂ ਰੱਖੇ ਹੋਏ ਨੇ, ਪਰ ਦੇਖਤ ਜਮ ਲੈ ਜਾਈ, ਇਹਨਾਂ ਦੇ ਵੇਖਦਿਆਂ ਵੇਖਦਿਆਂ ਜਮਾਂ ਨੇ ਤੁਹਾਨੂੰ ਲੈ ਜਾਣਾ ਹੈ। ਤੁਹਾਡੀ ਕਿਸੇ ਨੇ ਰੱਖਿਆ ਨਹੀਂ ਕਰਨੀ ਹੈ। ਜੇ ਰੱਖਿਆ ਕਰਨੀ ਤੇ ਪ੍ਰਮਾਤਮਾ ਨੇ ਕਰਨੀ ਹੈ। ਬਖਸ਼ਿਸ਼ ਕਰਦੇ ਹਨ। ਨੀਮ ਭਇਓ ਆਮ ਭਇਓ, ਨੀਂਬਾ ਕੇਲਾ ਪਾਕਾ ਝਾਰ। ਕਬੀਰ ਸਾਹਿਬ ਜੀ ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ ਵੀ ਸਾਡੀ ਬਿਰਤੀ ਕਿਵੇਂ ਦੀ ਹੋ ਗਈ ਹੈ। ਕਹਿਣ ਲੱਗੇ ਨੀਂਬ ਭਇਓ ਆਂਬ, ਜਿਹੜੀ ਨਿੰਮ ਹੈ ਨਾ ਕੌੜੀ, ਉਹ ਸਾਡੇ ਕਲਯੁਗੀ ਜੀਵਾਂ ਲੱਗਦੀ ਹੈ ਮਿੱਠੀ। ਨੀਂਬ ਭਇਓ ਆਂਬ, ਕੌੜੀ ਨਿੰਮ ਮਿੱਠੀ ਲੱਗਦੀ ਹੈ। ਅਤੇ ਇਸੇ ਤਰ੍ਹਾਂ ਆਂਬ ਭਇਓ ਨੀਂਬਾ, ਜਿਹੜਾ ਅੰਬ ਹੈ ਉਹ ਹੈ ਤੇ ਮਿੱਠਾ ਸੀ, ਪਰ ਸੰਸਾਰੀ ਲੋਕਾਂ ਨੂੰ ਉਹ ਕੌੜਾ ਲੱਗਦਾ ਹੈ।
ਇਹ ਤੇ ਇੱਕ ਉਦਾਹਰਣ ਹੈ, ਇਹਦੇ ਵਿੱਚੋਂ ਸਾਨੂੰ ਫਿਰ ਬਖਸ਼ਿਸ਼ ਕਰਦੇ ਹਨ। ਨੀਮ ਭਇਓ ਆਂਬ, ਆਮ ਭਇਓ ਨੀਂਬਾ। ਕਬੀਰ ਸਾਹਿਬ ਜੀ ਕਹਿਣ ਲੱਗੇ ਨਿੰਮ ਦੀ ਨਿਆਈ ਕੌੜੇ ਕੀ ਨੇ? ਜਿਹੜੇ ਸ਼ਾਕਾਮ ਕਰਮ ਕਰਨੇ, ਕੰਮ ਬਾਅਦ ਵਿੱਚ ਕਰਦਾ ਹੈ, ਇੱਛਾ ਪਹਿਲਾਂ ਰੱਖਦਾ ਹੈ ਵੀ ਅੱਜ ਮੈਂ ਝਾੜੂ ਫੇਰਾਂਗਾ ਤੇ ਫਿਰ ਮੈਂ ਇਹ ਕੁਝ ਮੰਗ ਕੇ ਲਿਆਵਾਂਗਾ ਗੁਰੂ ਦੇ ਕੋਲੋਂ। ਇਹ ਕੰਮ ਹੈ ਤੇ ਕੌੜਾ, ਵੀ ਜਿੰਨੀ ਸੇਵਾ ਕੀਤੀ ਹੈ ਨਾਲ ਹੀ ਮਜ਼ਦੂਰੀ ਵੀ ਲੈ ਲਈ ਹੈ, ਕੰਮ ਕਰਦਾ ਪਿਆ ਹੈ ਪਰ ਮਜ਼ਦੂਰੀ ਵੀ ਨਾਲ ਹੀ ਲੈਂਦਾ ਪਿਆ, ਆਪਣੇ ਵਾਸਤੇ ਕੁਝ ਨਹੀਂ ਲੈਂਦਾ, ਕੰਮ ਆਪ ਕਰਦਾ, ਸੇਵਾ ਆਪਾਂ ਕਰਦੇ ਹਾਂ, ਸਿਮਰਨ ਵੀ ਆਪਾਂ ਆਪ ਕਰਦੇ ਹਾਂ, ਮੰਗਦੇ ਦੂਜਿਆਂ ਵਾਸਤੇ ਪਿਆ, ਮੇਰੇ ਪੁੱਤਰ ਦਾ ਇਹ ਕੰਮ ਬਣ ਜਾਵੇ, ਮੇਰੇ ਧੀ ਦਾ ਇਹ ਕੰਮ ਬਣ ਜਾਵੇ, ਮੇਰੇ ਫਲਾਣੇ ਜਿਹੜਾ ਰਿਸ਼ਤੇਦਾਰ ਹੈ ਉਹਦਾ ਰੋਗ ਫਲਾਣਾ ਦੂਰ ਹੋ ਜਾਵੇ। ਮਹਾਰਾਜ ਕਹਿਣ ਲੱਗੇ ਕੰਮ ਹੀ ਪੁੱਠੇ ਕਰਦਾ ਹੈ, ਮਿਹਨਤ ਆਪ ਕਰਦਾ ਪਿਆ ਹੈ, ਆਪਣੀ ਮਿਹਨਤ ਕਰਕੇ ਆਪਣੇ ਵਾਸਤੇ ਨਹੀਂ ਮੰਗਿਆ ਵੀ ਮਾਲਕਾ ਮੈਨੂੰ ਮੁਕਤ ਕਰ ਦੇ, ਮੈਂ ਤੇਰੀ ਸੇਵਾ ਕੀਤੀ ਹੈ, ਨਹੀਂ, ਮੰਗਦਾ ਦੂਜਿਆਂ ਵਾਸਤੇ ਹੈ। ਨੀਂਬ ਭਇਓ ਆਂਬ, ਇਹ ਹੈ ਨਿੰਮ। ਨਿੰਮ ਕੀ ਹੈ? ਜਿਹੜੇ ਸ਼ਾਕਾਮ ਕਰਮ ਕਰਨੇ, ਇੱਛਾ ਰੱਖ ਕੇ ਕਰਮ ਕੀਤਾ, ਇੱਛਾ ਰੱਖ ਕੇ ਕਰਮ ਕਰਨਾ ਹੈ ਤੇ ਕੌੜਾ, ਪਰ ਭਇਓ ਇਹਨੂੰ ਚੰਗਾ ਲੱਗਾ, ਅੰਬ ਦੇ ਵਾਂਗ ਮਿੱਠਾ ਲੱਗਦਾ। ਮੈਂ 40 ਦਿਨ ਫਲਾਣਾ ਕੰਮ ਕਰਾਂਗਾ ਪਰ ਮੇਰਾ ਫਲਾਣਾ ਕੰਮ ਹੋ ਜਾਵੇ। ਹੁਣ 40 ਦਿਨ ਦੀ ਮੁਸ਼ੱਕਤ ਤੇ ਕਰਦਾ ਹੈ, ਕੌੜਾ ਹੀ ਹੈ ਨਾ ਕੰਮ, ਮੁਸ਼ੱਕਤ ਕਰਨੀ। 40 ਦਿਨ ਕੋਈ ਕੰਮ ਰੱਖ ਕੇ ਕਰਦਾ ਪਿਆ ਹੈ, ਕਰਦਾ ਤੇ ਮਿਹਨਤ ਪਿਆ ਹੈ ਨਿੰਮ ਦੇ ਵਾਂਗ, ਪਰ ਪਦਾਰਥ ਕੀ ਮੰਗ ਲਿਆ? ਕੌੜਾ ਹੀ ਪਦਾਰਥ ਮੰਗਿਆ ਹੈ। ਐਸੀ ਇਹਦੀ ਹਾਲਤ ਹੈ। ਨੀਂਬ ਭਇਓ ਆਂਬ, ਨਿੰਮ ਦੇ ਵਾਂਗ ਜਿਹੜੇ ਕੌੜੇ ਦੁਖਦਾਈ ਸ਼ਾਕਾਮ ਕਰਮ ਨੇ ਉਹ ਇਹਨੂੰ ਅੰਬ ਦੇ ਵਾਂਗੂ ਮਿੱਠੇ ਲੱਗਦੇ ਹਨ, ਭਾਵ ਕਿ ਸੁਖਦਾਈ ਲੱਗਦੇ ਵੀ ਆਹ ਕੰਮ ਕਰਾਂਗਾ ਤੇ ਫਿਰ ਫਲ ਮਿਲਣਾ ਹੈ। ਆਮ ਭਇਓ ਨੀਂਬਾ। ਇਸੇ ਤਰ੍ਹਾਂ ਅੰਬ ਦੇ ਵਾਂਗ ਜਿਹੜੇ ਮਿੱਠੇ ਕੰਮ ਸਨ, ਮਿੱਠੇ ਕੰਮ ਕਿਹੜੇ ਸਨ? ਨਿਸ਼ਕਾਮ ਕੰਮ ਕਰਨਾ, ਇੱਛਾ ਰੱਖਣੀ ਕੋਈ ਨਾ, ਸੇਵਾ ਕਰਦਾ ਪਿਆ, ਸਿਮਰਨ ਕਰਦਾ ਪਿਆ, ਇੱਛਾ ਹੈ ਹੀ ਕੋਈ ਨਹੀਂ ਹੈ। ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹਨਾਂ ਨੇ ਨਿਸ਼ਕਾਮ ਕਰਮ ਕੀਤੇ, ਪਰ ਦੁਨੀਆ ਦੇ ਲੋਕਾਂ ਨੂੰ ਇਹ ਨਿਸ਼ਕਾਮ ਕਰਮ ਅੰਬ ਵਰਗਾ ਮਿੱਠਾ ਸੀ, ਪਰ ਦੁਨੀਆ ਆਖਦੀ ਹੈ ਤੇ ਨਿੰਮ ਵਰਗਾ ਕੌੜਾ ਹੀ ਹੈ, ਮਿਲਿਆ ਹੀ ਕੁਝ ਨਹੀਂ, ਮੈਂ ਤੇ ਮੰਗਿਆ ਹੀ ਕੁਝ ਨਹੀਂ, ਮੈਂ ਤੇ ਖਾਲੀ ਰਹਿ ਗਿਆ। ਇਸ ਤਰ੍ਹਾਂ ਜਿਹੜੇ ਨਿਸ਼ਕਾਮ ਕਰਮ ਹੈ ਤੇ ਮਿੱਠੇ ਅੰਬ ਵਰਗੇ, ਪਰ ਦੁਨੀਆ ਨੂੰ ਨਿੰਮ ਵਰਗੇ ਕੌੜੇ ਲੱਗਦੇ ਹਨ। ਕੇਲਾ ਪਾਕਾ ਝਾਰ, ਕਿਉਂਕਿ ਇਹ ਮੂਰਖ ਜੀਵਾਂ ਦੀ ਭਾਵਨਾ ਹੀ ਉਲਟੀ ਹੈ ਨਾ, ਉਲਟੀ ਇਹਨਾਂ ਦੀ ਸੋਚ ਹੈ। ਮੂਰਖ ਮੁਗਧ ਗਵਾਰ ਮਹਾਰਾਜ ਨੇ 3 ਸ਼ਬਦ ਲਿਖੇ ਨੇ, ਇਸ ਕਰਕੇ ਇਸ ਬੰਦੇ ਨੂੰ ਮੂਰਖ ਆਖਿਆ ਹੈ। ਮਹਾਰਾਜ ਨੇ ਗੁਰਬਾਣੀ ਵਿੱਚ ਲਿਖਿਆ ਨਾ, ਮੂਰਖ ਰਾਵਣ ਕਿਆ ਲੈ ਗਿਆ, ਬੰਦੇ ਨੂੰ ਮੂਰਖ ਲਿਖਿਆ। ਮੂਰਖ ਕਿਉਂ ਲਿਖਿਆ ਹੈ? ਮੂਰਖ ਤਾਂ ਲਿਖਿਆ ਹੈ ਵੀ ਕੰਮ ਤੇ ਸਾਕਾਮ ਕਰਦਾ ਹੈ, ਉਹਦੇ ਵਿੱਚੋਂ ਸੁਖ ਭਾਲਦਾ ਹੈ, ਤਾਂ ਮੂਰਖ ਲਿਖਿਆ ਹੈ। ਨਿਸ਼ਕਾਮ ਕਰਮ ਕਰਦਾ ਹੀ ਨਹੀਂ ਪਿਆ, ਤਾਂ ਇਹ ਜੀਵ ਮੂਰਖ ਹੈ ਕਿ ਸਾਕਾਮ ਕਰਮ ਰੂਪੀ ਜਿਹੜਾ ਨਿੰਮ ਹੈ ਉਹਨੂੰ ਪਦਾਰਥਾਂ ਨੂੰ ਮਿਲਣ ਕਰਕੇ ਅੰਬ ਦੀ ਨਿਆਈ ਮਿੱਠਾ ਸਮਝਦਾ ਹੈ। ਜਿਹੜੇ ਨਿਸ਼ਕਾਮ ਕਰਮ ਸਨ, ਜਿਨ੍ਹਾਂ ਨੇ ਰੱਬ ਮਿਲਾਉਣਾ ਸੀ, ਉਹ ਅੰਬ ਵਰਗੇ ਮਿੱਠੇ, ਪਰ ਉਹਨਾਂ ਨੂੰ ਨਿੰਮ ਵਰਗੇ ਕੌੜੇ ਸਮਝਦਾ ਹੈ, ਤਾਂ ਇਸ ਨੂੰ ਮੂਰਖ ਬੰਦੇ ਨੂੰ ਤਾਂ ਮੂਰਖ ਆਖਿਆ ਗੁਰਬਾਣੀ ਨੇ ਵੀ ਇਹ ਕੰਮ ਉਲਟੇ ਕਰਦਾ ਹੈ। ਕੇਲਾ ਪਾਕਾ ਝਾਰ, ਜਿਹੜਾ ਕੇਲਾ ਸੀ ਨਾ ਗੁਰਮੁਖੋ, ਉਹ ਹੈ ਤੇ ਮਿੱਠਾ। ਕੇਲਾ ਕੀ ਹੈ? ਜਿਹੜਾ ਪ੍ਰਮਾਤਮਾ ਦਾ ਨਾਮ ਜਪਣਾ ਹੈ, ਇਹ ਕੇਲਾ ਹੈ। ਕੇਲਾ ਪਾਕਾ, ਕੇਲੇ ਵਾਂਗੂ ਮਿੱਠਾ ਜੋ ਸਤਨਾਮ ਹੈ। ਪਾਕਾ ਝਾਰ, ਉਹ ਕੰਡਿਆਂ ਵਾਲੇ ਜਿਹੜੇ ਮਲੇ ਵਾਂਗੂ ਦੁਖਦਾਈ ਇਸ ਨੂੰ ਮਾਲੂਮ ਹੁੰਦਾ ਹੈ। ਜੇ ਕਿਸੇ ਨੂੰ ਕਹੀਏ ਨਾ ਵੀ ਸਤਨਾਮ ਵਾਹਿਗੁਰੂ ਦਾ ਜਾਪ ਕਰ, ਹੁਣ ਵਾਹਿਗੁਰੂ ਦਾ ਜਾਪ ਕਰਨਾ ਹੈ ਤੇ ਕੇਲੇ ਵਰਗਾ ਮਿੱਠਾ, ਬਿਨਾਂ ਦੰਦਾਂ ਤੋਂ ਵੀ ਕੇਲਾ ਖਾਧਾ ਜਾ ਸਕਦਾ ਹੈ। ਭਾਵੇਂ ਤੂੰ ਕਿੰਨਾ ਵੀ ਬੁੱਢਾ ਬਜ਼ੁਰਗ ਕਿਉਂ ਹੋ ਗਿਆ ਹੈ, ਤਾਂ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਰ ਸਕਦਾ ਹੈ। ਹੁਣ ਰੱਬ ਦਾ ਨਾਮ ਜਪਣਾ ਹੈ ਤੇ ਕੇਲੇ ਵਾਂਗੂ ਸੇ ਮਿੱਠਾ, ਪਰ ਦੁਨੀਆ ਦੇ ਲੋਕ ਆਖਦੇ ਵੀ ਨਾਮ ਜਪਣਾ ਹੈ ਹੀ ਬੜਾ ਔਖਾ ਹੈ ਤੇ ਮਲੇ ਦੇ ਕੰਡਿਆਂ ਵਰਗਾ ਹੈ। ਮਲੇ ਦੇ ਕੰਡੇ ਥੋੜ੍ਹੇ ਜਿਹੇ ਮੁੜੇ ਹੁੰਦੇ ਨੇ, ਇੱਕ ਵਾਰੀ ਚੁੱਭ ਜਾਣ ਨਿਕਲਦੇ ਨਹੀਂ ਵਿੱਚੋਂ, ਬੜੇ ਦੁੱਖ ਦਿੰਦੇ। ਕਹਿਣ ਲੱਗੇ ਰੱਬ ਦਾ ਨਾਮ ਹੈ ਸੀ ਮਿੱਠਾ, ਜਿਹੜੀ ਮਰਜ਼ੀ ਉਮਰੇ ਜਪਿਆ ਜਾ ਸਕਦਾ ਸੀ, ਪਰ ਦੁਨੀਆ ਦੇ ਲੋਕ ਆਖਦੇ ਨਾਮ ਜਪਣਾ ਹੈ ਹੀ ਬੜਾ ਔਖਾ। ਆਖਣ ਔਖਾ ਸਾਚਾ ਨਾਉ, ਨਾਮ ਜਪਣਾ ਇਹਨਾਂ ਨੂੰ ਮਲੇ ਵਰਗਾ ਲੱਗਦਾ, ਔਖਾ, ਉਹਦੇ ਕੰਡਿਆਂ ਵਾਂਗ ਨਾਮ ਨੂੰ ਇਹ ਜੀਵ ਜਪਣਾ ਨਹੀਂ ਚਾਹੁੰਦਾ ਹੈ। ਨਾਨੀਰ ਫਲ ਸੇਵਰ ਪਾਕਾ। ਤੇ ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਜਿਹੜੇ ਮਲੇ ਦੇ ਬੇਰ ਹੁੰਦੇ ਨੇ, ਮਲੇ ਦੇ ਬੇਰ ਗਲ ਘੋਟੂ ਹੁੰਦੇ। ਜੇ ਕੋਈ ਆਪਾਂ ਸੜਕ ਤੇ ਜਾਈਏ ਨਾ, ਨਿੱਕੀਆਂ ਨਿੱਕੀਆਂ ਬੇਰੀਆਂ ਥੱਲੇ ਨੂੰ ਵਿਛੀਆਂ ਹੁੰਦੀਆਂ,
ਉਹਨਾਂ ਦੇ ਬੇਰ ਭਾਵੇਂ ਪੱਕੇ ਵੀ ਹੋਣ, ਜੇ ਤੋੜ ਕੇ ਖਾ ਲਈਏ ਤੇ ਉਹ ਗਲ ਨੂੰ ਫੜ ਲੈਂਦੇ। ਗਲ ਘੋਟੂ ਬੇਰ ਉਹਨਾਂ ਨੂੰ ਆਖਿਆ ਜਾਂਦਾ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਜਿਹੜੇ ਮਲਿਆਂ ਦੇ ਬੇਰ ਨੇ ਉਹ ਗਲ ਘੋਟੂ ਨੇ। ਮਲਿਆਂ ਦੇ ਬੇਰ ਦੇ ਵਾਂਗ ਗੁਰਮੁਖਾ ਇਹ ਜੋ ਕਾਮ ਹੈ ਨਾ, ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਇਸੇ ਤਰ੍ਹਾਂ ਹੀ ਹੈ। ਵੇਖਣ ਨੂੰ ਬੜਾ ਚੰਗਾ ਲੱਗੇਗਾ, ਪਰ ਜਦੋਂ ਇਹਨਾਂ ਵਿਕਾਰਾਂ ਨੂੰ ਭੋਗਦਾ ਹੈ ਇਹ ਉਸ ਗਲ ਘੋਟੂ ਬੇਰ ਦੇ ਵਾਂਗ ਤੈਨੂੰ ਘੁੱਟ ਲੈਣਗੇ, ਆਪਣੇ ਵਿੱਚ ਫੜ ਲੈਣਗੇ, ਤੈਨੂੰ ਗਰਸ ਲੈਣਗੇ, ਛੱਡਣਗੇ ਨਹੀਂ। ਐਸੀ ਤੇਰੀ ਹਾਲਤ ਬਣ ਜਾਏਗੀ। ਕੇਲੇ ਦੀ ਨਿਆਈ ਇਹ ਫਿਰ ਗਲ ਘੋਟੂ ਬੇਰ ਜਿਹੜੇ ਮਿੱਠੇ ਲੱਗਦੇ, ਵਿਕਾਰਾਂ ਰੂਪੀ ਬੇਰ ਮਿੱਠੇ ਲੱਗਦੇ। ਵਿਅਕਤੀ ਕਾਮ ਦੇ ਪਿੱਛੇ ਭੱਜਾ ਜਾਂਦਾ, ਲੋਭ ਦੇ ਪਿੱਛੇ ਭੱਜਾ ਜਾਂਦਾ, ਮੋਹ ਦੇ ਪਿੱਛੇ ਭੱਜਾ ਜਾਂਦਾ ਹੈ ਤੇ ਇਹ ਬੰਦੇ ਨੂੰ ਘੁੱਟ ਕੇ ਮਾਰਨ ਵਾਲੇ ਆਪਣੇ ਵਿੱਚ, ਪਰ ਲੱਗਦੇ ਨੇ ਕੇਲੇ ਵਾਂਗ ਮਿੱਠੇ। ਬੰਦਾ ਆਪਣੇ ਆਪ ਹੀ ਇਹਨਾਂ ਦੇ ਪਿੱਛੇ ਦੌੜਿਆ ਜਾਂਦਾ ਹੈ। ਮੂਰਖ ਮੁਗਧ ਗਵਾਰ ਸੋ ਨਾਰੀਅਲ ਫਲ ਸੇਬਰ ਪਾਕਾ। ਜਿਵੇਂ ਨਾਰੀਅਲ ਦਾ ਫਲ ਹੁੰਦਾ ਨਾ ਗੁਰਮੁਖੋ, ਨਾਰੀਅਲ ਦਾ ਫਲ ਉੱਪਰੋਂ ਸਖਤ ਹੁੰਦਾ ਤੇ ਵਿੱਚੋਂ ਬੜਾ ਮਿੱਠਾ ਤੇ ਸਵਾਦਿਸ਼ਟ ਹੁੰਦਾ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਐਸੇ ਤਰ੍ਹਾਂ ਨਰੇਲ ਜਿਹੜਾ ਹੈ ਉੱਪਰੋਂ ਸਖਤ ਤੇ ਅੰਦਰੋਂ ਮਿੱਠਾ ਰਸਦਾਇਕ ਹੈ। ਐਸੇ ਤਰ੍ਹਾਂ ਗੁਰਮੁਖਾ ਅੰਮ੍ਰਿਤ ਵੇਲੇ ਦਾ ਜਾਗਣਾ, ਸਤ ਸੰਗਤ ਵਿੱਚ ਜਾਣਾ, ਇਹ ਹੈ ਤੇ ਬੜਾ ਕਠਿਨ ਹੈ। ਤੁਸੀਂ ਤੜਕੇ ਕਿਤੇ ਅਲਾਰਮ ਲਾ ਕੇ ਰੱਖ ਲਿਓ ਆਪਣੇ ਸਰਾਣੇ, ਅਲਾਰਮ ਵੱਧੀ ਜਾਏਗਾ ਪਰ ਬੰਦੇ ਦਾ ਉੱਠਣ ਨੂੰ ਜੀ ਨਹੀਂ ਕਰਦਾ ਹੈ। ਤੜਕੇ ਉੱਠਣਾ ਇਹ ਤੇ ਨਾਰੀਅਲ ਦੇ ਫਲ ਵਰਗਾ ਉੱਪਰੋਂ ਸਖਤ ਹੈ। ਸੰਗਤ ਵਿੱਚ ਜਾਣਾ ਨਹੀਂ ਜੀ ਕਰਦਾ, ਸੰਗਤ ਵਿੱਚ ਜਾਣ ਨੂੰ। ਸੰਗਤ ਵਿੱਚ ਆਉਣਾ ਵੀ ਨਾਰੀਅਲ ਦੇ ਫਲ ਵਾਂਗ ਔਖਾ ਹੀ ਹੈ, ਪਰ ਜਦੋਂ ਸੰਗਤ ਵਿੱਚ ਬੈਠ ਜਾਈਦਾ ਨਾ ਫਿਰ ਇੱਥੋਂ ਨਾਰੀਅਲ ਦੇ ਫਲ ਵਾਂਗੂ, ਉਹਦੇ ਪਾਣੀ ਵਾਂਗੂ ਆਨੰਦ ਆਉਂਦਾ ਹੈ, ਸਵਾਦ ਆਉਂਦਾ ਹੈ, ਰਸ ਆਉਂਦਾ ਹੈ। ਫਿਰ ਵਿਅਕਤੀ ਸੋਚਦਾ ਹੈ, ਜਿੰਨਾ ਚਿਰ ਅੰਮ੍ਰਿਤ ਵੇਲੇ ਉੱਠਦਾ ਨਹੀਂ ਉਹਨਾਂ ਚਿਰ ਤੇ ਬੜਾ ਦੁੱਖ ਜਿਹਾ ਲੱਗਦਾ, ਪਰ ਜਦੋਂ ਕਿਤੇ ਤਗੜਾ ਹੋ ਕੇ ਉੱਠ ਹੀ ਪਵੇ ਨਾ, ਇਸ਼ਨਾਨ ਕਰਕੇ ਬਾਣੀ ਪੜ੍ਹ ਲੈਂਦਾ ਨਾ, ਫਿਰ ਆਖਦਾ ਅੱਜ ਤੇ ਬੜਾ ਹੀ ਚੰਗਾ ਹੋਇਆ, ਮੈਂ ਥੋੜ੍ਹਾ ਉਦਮ ਕੀਤਾ, ਮੈਂ ਉੱਠਿਆ, ਮੈਂ ਸਵੇਰੇ ਅੱਜ ਨਿਤਨੇਮ ਕਰ ਲਿਆ ਹੈ, ਮੈਨੂੰ ਬੜਾ ਆਨੰਦ ਆਇਆ ਹੈ। ਜਿਵੇਂ ਨਾਰੀਅਲ ਨੂੰ ਖਾਣ ਵਾਲਾ ਵਿਅਕਤੀ ਉਹਨੂੰ ਕਰੜਾ ਵੇਖ ਕੇ ਜੇ ਸੁੱਟ ਦੇਵੇ ਤੇ ਉਹਦੇ ਪਾਣੀ ਦਾ ਸਵਾਦ ਕਿਵੇਂ ਲਵੇਗਾ, ਪਰ ਜੇ ਉਸ ਨੂੰ ਭੰਨ ਦੇਵੇ ਤੇ ਫਿਰ ਉਸ ਦੇ ਪਾਣੀ ਦੇ ਪੀਣ ਦਾ ਸਵਾਦ ਲੈਂਦਾ ਹੈ। ਇਸ ਤਰ੍ਹਾਂ ਤੜਕੇ ਉੱਠਣਾ ਵੀ ਗੁਰਮੁਖੋ ਨਾਰੀਅਲ ਨੂੰ ਭੰਨਣ ਵਾਲੀ ਗੱਲ ਹੈ। ਤੜਕੇ ਉੱਠਦਾ ਹੀ ਨਹੀਂ ਪਿਆ, ਪਰ ਜੇ ਉੱਠ ਪਿਆ ਸਮਝ ਲਓ ਵੀ ਨਾਰੀਅਲ ਭੰਨ ਲਿਆ ਹੈ। ਹੁਣ ਇਹ ਨਿਤਨੇਮ ਕਰੇਗਾ, ਹੁਣ ਇਹ ਉਹਦੇ ਰਸ ਨੂੰ ਪੀਵੇਗਾ। ਗੁਰੂ ਦੀ ਸੰਗਤ ਵਿੱਚ ਆਉਣਾ ਗੁਰਮੁਖੋ ਇਹ ਵੀ ਨਾਰੀਅਲ ਵਾਂਗ ਬੜਾ ਕਠਿਨ ਹੈ। ਘਰੋਂ ਨਿਕਲਣ ਨੂੰ ਜੀ ਨਹੀਂ ਕਰਦਾ ਹੈ, ਕੋਈ ਨਾ ਕੋਈ ਕੰਮ ਚੇਤੇ ਆ ਗਿਆ ਹੈ, ਪਰ ਜੇ ਕਿਤੇ ਘਰੋਂ ਤੁਰ ਪਿਆ ਇਹ ਨਾਰੀਅਲ ਨੂੰ ਭੰਨਣਾ ਹੈ। ਜੇ ਗੁਰੂ ਦੀ ਸੰਗਤ ਵਿੱਚ ਆ ਗਿਆ ਇਹ ਗੁਰੂ ਦੀ ਬਾਣੀ ਦਾ ਰਸ ਪੀਣਾ ਹੈ। ਐਸੀ ਦਾਤ ਫਿਰ ਇਸ ਨੂੰ ਪ੍ਰਾਪਤ ਹੁੰਦੀ ਹੈ। ਮੂਰਖ ਮੁਗਧ ਗਵਾਰ। ਪਰ ਪਾਤਸ਼ਾਹ ਕਹਿਣ ਲੱਗੇ ਜਿਹੜੇ ਦੁਨਿਆਵੀ ਲੋਕ ਨੇ ਨਾ, ਇਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹਨ, ਸਤ ਸੰਗਤ ਚੰਗੀ ਨਹੀਂ ਲੱਗਦੀ ਹੈ, ਸਗੋਂ ਇਹਨਾਂ ਨੂੰ ਸਿੰਬਲ ਦਾ ਬ੍ਰਿਸ਼ ਹੀ ਚੰਗਾ ਲੱਗਦਾ ਹੈ। ਸਿੰਬਲ ਰੁੱਖ ਸਰਾਇਰਾ ਆਤ ਦੀਰਘ ਆਤ ਮੁਚ, ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ। ਸੰਸਾਰੀ ਲੋਕਾਂ ਨੂੰ ਇਹ ਸੰਗਤ ਰੂਪੀ ਨਾਰੀਅਲ ਚੰਗਾ ਨਹੀਂ ਲੱਗਦਾ ਹੈ। ਦੁਨੀਆ ਦੇ ਲੋਕਾਂ ਨੂੰ ਵਿਕਾਰਾਂ ਰੂਪੀ ਇਹ ਸੇਬਰ ਦਾ ਜਿਹੜਾ ਫਲ ਹੈ ਉਹੀ ਚੰਗਾ ਲੱਗਦਾ ਹੈ, ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਜਿਹੜਾ ਗੁਰਮੁਖੋ ਸਿੰਬਲ ਦਾ ਫਲ ਹੈ ਨਾ, ਵੇਖਣ ਨੂੰ ਹੈ ਤੇ ਬੜਾ ਚੰਗਾ, ਪਰ ਜਦੋਂ ਤੋਤਾ ਉਹਦੇ ਵਿੱਚ ਚੁੰਝ ਮਾਰਦਾ ਨਾ, ਇੱਕ ਤੋਤਾ ਹੀ ਇਹੋ ਜਿਹਾ ਪੰਛੀ ਹੈ ਜਿਹੜਾ ਸਿੰਬਲ ਦੇ ਰੁੱਖ ਨੂੰ ਪਾੜ ਸਕਦਾ, ਉਹਦੇ ਬਿਨਾਂ ਕੋਈ ਹੋਰ ਪੰਛੀ ਪਾੜ ਹੀ ਨਹੀਂ ਸਕਦਾ ਹੈ, ਕਿਉਂਕਿ ਤੋਤੇ ਦੀ ਚੁੰਝ ਬੜੀ ਸਖਤ ਮਜ਼ਬੂਤ ਮੰਨੀ ਜਾਂਦੀ ਹੈ। ਜਦੋਂ ਤੋਤਾ ਉਸ ਫਲ ਨੂੰ ਪਾੜਨ ਵਾਸਤੇ ਚੁੰਝ ਤੇ ਭਰ ਲੈਂਦਾ ਪਰ ਉਹ ਫਲ ਵੀ ਬੜਾ ਸਖਤ ਹੈ, ਫਿਰ ਤੋਤਾ ਆਪਣੀ ਚੁੰਝ ਬਾਹਰ ਨਹੀਂ ਕੱਢ ਪਾਉਂਦਾ ਹੈ, ਵਿੱਚ ਹੀ ਚੁੰਝ ਫਸ ਜਾਂਦੀ ਹੈ ਤੇ ਤੋਤਾ ਫਿਰ ਤੜਫ ਤੜਫ ਕੇ ਉਸੇ ਫਲ ਦੇ ਨਾਲ ਹੀ ਮਰ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਗੁਰਮੁਖੋ ਇਹ ਸਤ ਸੰਗਤ ਕਰਨੀ ਇਹ ਤੇ ਨਾਰੀਅਲ ਦਾ ਫਲ ਹੈ, ਇਹ ਚੰਗੀ ਨਹੀਂ ਲੱਗਦੀ ਹੈ। ਵਿਅਕਤੀ ਨੂੰ ਚੰਗਾ ਲੱਗਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਹੈ ਸਿੰਬਲ ਦਾ ਫਲ। ਵੇਖਣ ਨੂੰ ਵਿਕਾਰ ਤੇ ਬੜੇ ਚੰਗੇ ਲੱਗਦੇ, ਪਰ ਜਦੋਂ ਵਿਅਕਤੀ ਭੋਗਦਾ ਹੈ ਨਾ ਇਹ ਵਿਕਾਰ ਫਿਰ ਆਪਣੇ ਵਿੱਚ ਹੀ ਫੜ ਲੈਂਦੇ, ਫਿਰ ਇਸ ਨੂੰ ਛੱਡਦੇ ਨਹੀਂ, ਫਿਰ ਵਿਕਾਰਾਂ ਵਿੱਚ ਹੀ ਤੜਫ ਤੜਫ ਕੇ ਮਰਦਾ ਹੈ। ਐਸੀ ਹਾਲਤ ਹੋ ਜਾਂਦੀ ਹੈ। ਹਰ ਭਇਓ ਖਾਂਡ ਰੇਤ ਮੈਂ ਬਿਖਰਿਓ। ਮੂਰਖ ਮੁਗਧ ਗਵਾਰ, ਦੁਨੀਆ ਦੇ ਪਦਾਰਥਾਂ ਦੀ ਸਮਝ ਨਹੀਂ ਹੈ, ਮੂਰਖ ਹੈ, ਦੁਨੀਆਦਾਰੀ ਬਾਰੇ ਪਤਾ ਨਹੀਂ, ਇਹ ਮੁਗਧ ਹੈ ਅਤੇ ਇਸੇ ਤਰ੍ਹਾਂ ਚੰਗੇ ਨੂੰ ਮਾੜਾ ਤੇ ਮਾੜੇ ਨੂੰ ਚੰਗਾ ਸਮਝਦਾ, ਤਾਂ ਇਸ ਨੂੰ ਮਹਾਰਾਜ ਨੇ ਗਵਾਰ ਆਖਿਆ ਹੈ। ਹਰ ਭਇਓ ਖਾਂਡ ਰੇਤ ਮੈਂ ਬਿਖਰਿਓ। ਕਹਿਣ ਲੱਗੇ ਹਰੀ ਪ੍ਰਮਾਤਮਾ ਜਿਹੜਾ ਉਹ ਖੰਡ ਹੈ ਤੇ ਇਹ ਜਿਹੜੀ ਰੇਤ ਹੈ ਨਾ ਇਹ ਮਾਇਆ ਹੈ।
ਪਰਮਾਤਮਾ ਇਸ ਮਾਇਆ ਰੂਪੀ ਰੇਤ ਵਿੱਚ ਮਿਲਿਆ ਹੋਇਆ ਹੈ। ਹਸਤੀ ਚੁਣਿਓ ਨਾ ਜਾਈ। ਪਰ ਜੇ ਕੋਈ ਬੰਦਾ ਆਖੇ ਵੀ ਮੈਂ ਹਾਥੀ ਲੈ ਆਵਾਂ, ਮੰਨ ਲਓ ਕਿਸੇ ਦੀ ਖੰਡ ਰੇਤਾ ਵਿੱਚ ਡੁੱਲ ਜਾਵੇ, ਉਹ ਬੰਦਾ ਆਖੇ ਵੀ ਮੈਂ ਹੁਣ ਹਾਥੀ ਲੈ ਕੇ ਆਵਾਂਗਾ, ਤੇ ਹਾਥੀ ਖੰਡ ਵਿੱਚੋਂ ਚੁਣੇਗਾ? ਹਾਥੀ ਥੋੜੀ ਚੁਣੇਗਾ, ਉਹ ਤੇ ਫੂਕ ਮਾਰ ਕੇ ਹੋਰ ਉਡਾਵੇਗਾ, ਕਿਸੇ ਪਾਸੇ ਨੂੰ ਲੱਭਣੀ ਕੋਈ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਜਿਹੜੇ ਹਾਥੀ ਦੀ ਨਿਆਈ ਆਪਣੇ ਆਪ ਨੂੰ ਵੱਡਾ ਮੰਨਦੇ, ਤਾਕਤਵਰ, ਉਹਨਾਂ ਦੀ ਹਾਲਤ ਕੀ ਹੈ? ਪਰਮਾਤਮਾ ਜਿਹੜਾ ਹੈ ਉਹ ਖੰਡ ਵਰਗਾ ਹੈ। ਇਹ ਜਿਹੜੀ ਮਾਇਆ ਹੈ ਨਾ, ਇਹ ਮਾਇਆ ਹੈ ਰੇਤ ਵਰਗੀ। ਪਰਮਾਤਮਾ ਇਸ ਮਾਇਆ ਦੇ ਵਿੱਚ ਮਿਲਿਆ ਹੋਇਆ ਹੈ। ਪਰ ਜੇ ਕੋਈ ਬੰਦਾ ਆਖੇ ਵੀ ਹਾਥੀ ਦੇ ਵਾਂਗ ਮੈਂ ਵੱਡਾ ਬਣ ਕੇ ਰੱਬ ਨੂੰ ਪਾ ਲਵਾਂ, ਨਹੀਂ, ਪਾਇਆ ਨਹੀਂ ਜਾਵੇਗਾ। ਵੱਡੇ ਹੋ ਕੇ ਨਹੀਂ ਉਹ ਪਰਮਾਤਮਾ ਮਿਲਦਾ ਹੈ। ਇਸੇ ਤਰ੍ਹਾਂ ਪੰਕਤੀ ਫਿਰ ਫਰਮਾਉਂਦੇ ਹਨ, ਹਰ ਭਇਓ ਖੰਡ ਰੇਤ ਮੈਂ ਬਿਖਰਿਓ। ਹਰੀ ਪਰਮਾਤਮਾ ਜਿਹੜਾ ਹੈ ਉਹ ਖੰਡ ਰੂਪ ਹੈ, ਸੰਸਾਰ ਰੂਪੀ ਰੇਤਾ ਵਿੱਚ ਉਹ ਖਿਲਰਿਆ ਹੋਇਆ ਹੈ। ਭਾਵ ਕਿ ਰੱਬ ਜਿਹੜਾ ਹੈ ਸੰਸਾਰ ਦੇ ਵਿੱਚ ਹੀ ਹੈ, ਸਾਰੇ ਸੰਸਾਰ ਵਿੱਚ ਮਿਲਿਆ ਹੋਇਆ ਹੈ। ਹਸਤੀ ਚੁਣਿਓ ਨਾ ਜਾਈ। ਹਸਤੀ ਤੋਂ ਭਾਵ ਹੈ ਹੱਥ। ਜੇ ਰੇਤਾ ਗੁਰਮੁਖੋ ਖੰਡ ਜਿਹੜੀ ਰੇਤਾ ਵਿੱਚ ਡਿੱਗ ਪਵੇ ਨਾ, ਹੱਥ ਨਾਲ ਨਹੀਂ ਚੁਣੀ ਜਾਂਦੀ ਹੈ, ਰੇਤਾ ਹੀ ਹੱਥ ਵਿੱਚ ਆਵੇਗੀ, ਖੰਡ ਨਹੀਂ ਆਉਂਦੀ ਹੈ। ਪਰਮਾਤਮਾ ਜਿਹੜਾ ਹੈ ਖੰਡ ਵਰਗਾ। ਇਹ ਸੰਸਾਰ ਹੈ ਰੇਤਾ ਵਰਗਾ। ਪਰਮਾਤਮਾ ਇਹਦੇ ਵਿੱਚ ਮਿਲ ਗਿਆ ਹੈ। ਜੇ ਕੋਈ ਬੰਦਾ ਆਖੇ ਨਾ ਵੀ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਚਲਾਕ ਹਾਂ, ਮੈਂ ਬੜਾ ਪੜ੍ਹਿਆ ਹਾਂ, ਮੇਰੀ ਕੁੱਲ ਬੜੀ ਉੱਚੀ ਹੈ, ਮੈਨੂੰ ਦਾ ਪੇਚ ਬੜੇ ਆਉਂਦੇ, ਮੈਨੂੰ ਚਲਾਕੀਆਂ ਬੜੀਆਂ ਆਉਂਦੀਆਂ, ਤੇ ਮੈਂ ਰੱਬ ਨੂੰ ਕੱਢ ਹੀ ਲਵਾਂਗਾ, ਦੁਨੀਆ ਵਿੱਚੋਂ ਪਾ ਹੀ ਲਵਾਂਗਾ, ਕਹਿਣ ਲੱਗੇ ਨਹੀਂ ਭਾਈ, ਹਸਤੀ ਚੁਣਿਓ ਨਾ ਜਾਈ। ਇਸ ਤਰ੍ਹਾਂ ਉਹ ਪਰਮਾਤਮਾ ਨਹੀਂ ਮਿਲਦਾ ਹੈ। ਕਹਿ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਨ ਖਾਈ। ਕਬੀਰ ਸਾਹਿਬ ਜੀ ਨੂੰ ਪੁੱਛਿਆ ਫਿਰ ਇਸ ਖੰਡ ਨੂੰ ਖਾਂਦਾ ਕੌਣ ਹੈ? ਕਹਿਣ ਲੱਗੇ ਖੰਡ ਭਾਵੇਂ ਰੇਤਾ ਵਿੱਚ ਡੁੱਲ ਜਾਵੇ, ਕਿਸੇ ਕੋਲੋਂ ਵੀ ਚੁੱਕੀ ਨਹੀਂ ਗਈ ਹੈ। ਇੰਨੇ ਚਿਰ ਨੂੰ ਕੀੜੀ ਆ ਗਈ, ਕੀੜੀ ਨੇ ਆਰਾਮ ਦੇ ਨਾਲ ਖੰਡ ਖਾਧੀ ਵੀ ਹੈ, ਕੁਝ ਦਾਣੇ ਚੁੱਕ ਕੇ ਵੀ ਲੈ ਗਈ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਜਿਹੜਾ ਇਹ ਮਾਇਆ ਰੂਪੀ ਰੇਤਾ ਵਿੱਚ ਮਿਲਿਆ ਹੈ, ਜੇ ਤੂੰ ਉਹਨੂੰ ਪ੍ਰਾਪਤ ਕਰਨਾ ਚਾਹਣਾ ਹੈ ਤੇ ਕੀੜੀ ਵਰਗੀ ਨਿਮਰਤਾ ਬਣਾ ਲਾ, ਕੀੜੀ ਵਰਗਾ ਨੀਵਾਂ ਹੋ ਜਾ, ਹਾਥੀ ਵਰਗਾ ਉੱਚਾ ਨਾ ਹੋ। ਹਾਥੀ ਵਰਗਾ ਉੱਚਾ ਹੋਵੇਗਾ ਤੇ ਰੱਬ ਨਹੀਂ ਮਿਲੇਗਾ, ਕੀੜੀ ਵਰਗਾ ਨੀਵਾਂ ਹੋਵੇਗਾ। ਕੀੜੀ ਖੰਡ ਖਾ ਲੈਂਦੀ ਹੈ ਰੇਤਾ ਵਿੱਚੋਂ ਕੱਢ ਕੇ, ਜੇ ਤੇਰੇ ਵਿੱਚ ਕੀੜੀ ਵਾਲੀ ਨਿਮਰਤਾ ਆ ਗਈ ਨਾ, ਨੀਵਾਂ ਹੋ ਗਿਆ, ਤੇ ਫਿਰ ਤੈਨੂੰ ਪਰਮਾਤਮਾ ਮਿਲ ਜਾਵੇਗਾ। ਨੀਚੋ ਨੀਚ ਸਦਾਵਨਾ ਕੀੜੀ ਹੋਏ ਸੋ ਆਪ ਗੁਨਾਏ। ਭਾਈ ਗੁਰਦਾਸ ਜੀ ਦਾ ਬਚਨ ਹੈ, ਆਪਣੇ ਆਪ ਨੂੰ ਨੀਵਿਆਂ ਤੋਂ ਨੀਵਾਂ ਕਿਹਾ ਕਰ, ਕੀੜੀ ਬਣ ਜਾਇਆ ਕਰ, ਤਾਂ ਤੈਨੂੰ ਪ੍ਰਾਪਤੀ ਹੋਣੀ ਹੈ। ਸੋ ਇਸ ਤਰ੍ਹਾਂ ਮਹਾਰਾਜ ਨੇ ਇਹ ਸਾਨੂੰ ਉਦਾਹਰਣ ਬਖਸ਼ਿਸ਼ ਕੀਤੀ ਹੈ। ਜਿਹੜੇ ਕੀੜੀ ਵਰਗੇ ਨੀਵੇਂ ਹੋ ਗਏ, ਉਹਨਾਂ ਨੇ ਸੰਸਾਰ ਦੇ ਵਿੱਚੋਂ ਰੱਬ ਨੂੰ ਪਾ ਲਿਆ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ, ਸਭ ਕੋਏ ਇਹ ਕੀੜੀ ਬੰਨਾ ਹੈ। ਸੋ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ, ਇਹ ਕੀੜੀ ਬੰਨਾ ਹੈ। ਇਸ ਤਰ੍ਹਾਂ ਦੀ ਕੀੜੀ ਬਣ ਜਾ, ਨਿਮਰਤਾ ਆ ਜਾਵੇ, ਤੂੰ ਸੰਸਾਰ ਵਿੱਚੋਂ ਹੀ ਰੱਬ ਨੂੰ ਪ੍ਰਾਪਤ ਕਰ ਲਵੇਗਾ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਰਾਗ ਦੇ ਵਿੱਚ ਕਬੀਰ ਸਾਹਿਬ ਜੀਆਂ ਦੇ 12 ਸ਼ਬਦ ਆਏ ਨੇ, ਜਿਹੜੇ ਆਪਾਂ ਸਾਰੇ ਸਰਵਣ ਕਰ ਲਏ ਨੇ। ਅੱਗੇ ਹੁਣ ਭਗਤ ਨਾਮਦੇਵ ਦੀ ਬਾਣੀ ਸ਼ੁਰੂ ਹੋਵੇਗੀ, ਉਹ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ, ਅਸੀਂ ਸੜੀਆਂ ਸਾਹਿਬ ਸਿਓ ਮੇਲੋ। ਹਰ ਭਇਓ ਖੰਡ ਰੇਤ ਮੈਂ ਬਿਖਰਿਓ, ਹਸਤੀ ਚੁਣਿਓ ਨਾ ਜਾਈ। ਕਹਿ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣ ਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਜੋ ਹੈ, ਭਾਦਵੇ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ, ਸੋ ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਸਵੇਰ ਵੇਲੇ ਤੇ ਸ਼ਾਮ ਵੇਲੇ ਸੁੰਦਰ ਦੀਵਾਨ ਸਜਣਗੇ ਮਹਾਰਾਜ ਦੀ ਹਜ਼ੂਰੀ ਵਿੱਚ। ਆਪ ਸੰਗਤਾਂ ਨੇ ਵੱਧ ਤੋਂ ਵੱਧ ਪਹੁੰਚ ਕੇ ਰਸਤਾਂ ਬਸਤਾਂ ਦੇ ਨਾਲ ਕੜਾਹ ਪ੍ਰਸਾਦੀਆਂ ਦੇਗਾਂ ਨਾਲ ਸੇਵਾਵਾਂ ਕਰਨੀਆਂ। ਸ਼ਾਮ ਵੇਲੇ ਦੇ ਦੀਵਾਨਾਂ ਵਿੱਚ ਬਾਹਰੋਂ ਵੀ ਜਥੇ ਆ ਕੇ ਆਪ ਸੰਗਤਾਂ ਨੂੰ ਗੁਰੂ ਦਾ ਜਸ ਸਰਵਨ ਕਰਵਾਉਣਗੇ, ਨਾਲ ਗੁਰੂ ਕੇ ਲੰਗਰ ਟੁੱਟ ਵਰਤਣਗੇ। ਸੋ ਬੇਨਤੀ ਹੈ ਕਿ ਆਪ ਸੰਗਤਾਂ ਨੇ ਵੱਧ ਤੋਂ ਵੱਧ ਸਵੇਰੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਨੀ। ਇਹ ਲੜੀਵਾਰ ਕਥਾ ਫਿਰ ਪਰਸੋਂ ਆਪਾਂ ਇੱਥੋਂ ਅੱਗੇ ਸਰਵਣ ਕਰਾਂਗੇ। ਕੱਲ੍ਹ ਨੂੰ 12ਵਾਂ ਮਹੀਨੇ ਦੀ ਕਥਾ ਸਰਵਣ ਹੋਵੇਗੀ। ਸੋ ਨਾਲ ਬੇਨਤੀ ਹੈ ਸੰਗਤਾਂ ਨੂੰ ਕਿ ਜਿਹੜੇ ਜੋੜੇ ਹਨ, ਆਪਣੇ ਕਿਰਪਾ ਕਰਕੇ
ਉਹ ਜੋੜਾ ਘਰ ਦੇ ਵਿੱਚ ਜਮ੍ਹਾਂ ਕਰਾਇਆ ਕਰੋ। ਇੱਧਰ ਉੱਧਰ ਜੋੜੇ ਖਿਲਰੇ ਹੋਏ ਚੰਗੇ ਨਹੀਂ ਲੱਗਦੇ। ਕਈਆਂ ਸੰਗਤਾਂ ਦੇ ਬਾਹਰੋਂ ਜੋੜੇ ਚੁੱਕੇ ਵੀ ਜਾ ਰਹੇ ਨੇ। ਇਸ ਕਰਕੇ ਸੇਵਾਦਾਰ ਜਿਹੜੇ ਨੇ ਉਹ ਜੋੜਾ ਘਰ ਵਿੱਚ ਮੌਜੂਦ ਹਨ। ਆਪ ਸੰਗਤਾਂ ਜੋੜੇ ਜਮ੍ਹਾਂ ਕਰਾਉਣ ਦੀ ਕਿਰਪਾਲਤਾ ਕਰਿਆ ਕਰੋ। ਤੀਜੀ ਬੇਨਤੀ ਹੈ, ਗੁਰੂ ਘਰ ਦੇ ਅੰਦਰ ਕਾਰ ਸੇਵਾ ਚੱਲ ਰਹੀ ਹੈ, ਕਮਰੇ ਬਣਦੇ ਪਏ, ਸੋ ਬੱਚਿਆਂ ਦੀਆਂ ਕਲਾਸਾਂ ਵਾਸਤੇ, ਲਾਇਬ੍ਰੇਰੀ ਵਾਸਤੇ ਜਿਹੜੀਆਂ ਸੰਗਤਾਂ ਯੋਗਦਾਨ ਪਾ ਸਕਦੀਆਂ ਮਾਇਆ ਦੇ ਨਾਲ, ਯੋਗਦਾਨ ਪਾ ਕੇ ਲਾਹਾ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।